ਕਾਰੋਬਾਰੀ ਆ ਇਹਨਾਂ ਨੇ ਇਹ ਸ਼ਰਤ ਲਾ ਦਿੱਤੀ ਵੀ ਜਦੋਂ ਤੱਕ ਤੁਸੀਂ ਨਰਿੰਦਰ ਮੋਦੀ ਨੂੰ ਉਮੀਦਵਾਰ ਪ੍ਰਧਾਨ ਮੰਤਰੀ ਦਾ ਨਹੀਂ ਬਣਾਉਂਦੇ ਅਸੀਂ ਜਿਹੜਾ ਫੰਡਿੰਗ ਨਹੀਂ ਕਰਨਾ। ਜਦੋਂ ਤੁਸੀਂ ਇੰਨੀ ਵੱਡੀ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਉਹ ਨਹੀਂ ਕੀਤੀ, ਉਹ ਜਦੋਂ ਹੁਣ ਇਨਵੈਸਟਮੈਂਟ ਕੀਤੀ ਆ ਤੇ ਹੁਣ ਉਹਨਾਂ ਨੂੰ ਫਿਰ ਉਹਦਾ ਵਸੂਲੀ ਦਾ ਉਹਨਾਂ ਦਾ ਸਮਾਂ ਆ ਗਿਆ। ਸਾਰੀ ਬੀਜੇਪੀ ਦਾ ਅੱਡੀਆਂ ਚੱਕ ਕੇ ਜ਼ੋਰ ਲੱਗਾ ਹੋਇਆ ਇਹ ਦੱਸਣ ਲਈ ਵੀ ਕਿਸਾਨਾਂ ਦੇ ਹਿੱਤ ਵਿੱਚ ਹੈ। ਦੇਸ਼ ਦੇ ਕਰੋੜਾਂ ਲੋਕ ਇਹ ਗੱਲ ਸਮਝ ਗਏ ਆ ਕਿ ਇਹ ਕਾਨੂੰਨ ਸਾਡੇ ਹਿੱਤ ਲਈ ਨਹੀਂ। ਸਰਕਾਰਾਂ ਨਹੀਂ ਨੀਤੀਆਂ ਬਣਾਉਂਦੀਆਂ, ਉਹ ਜਿੱਦਾਂ ਚਾਹੁੰਦੇ ਆ ਉੱਦਾਂ ਹੀ ਕਾਨੂੰਨ ਬਣਦੇ ਆ, ਉੱਦਾਂ ਦੀਆਂ ਪਾਲਿਸੀਆਂ ਬਣਦੀਆਂ, ਉੱਦਾਂ ਦੀ ਹੀ ਸਾਰਾ ਕੁਝ ਤੈਅ। ਇਹ ਕਾਰਪੋਰੇਟਰਾਂ ਨੂੰ ਪਤਾ ਹੁੰਦਾ ਵੀ ਸਾਡਾ ਕਾਰੋਬਾਰ ਵਧਣਾ ਕਿੱਦਾਂ ਤੇ ਸਾਡੇ ਕੰਮ ਦੇ ਵਿੱਚ ਅੜਿੱਕੇ ਕਿਹੜੇ ਕਾਨੂੰਨੇ ਪਾਉਣੇ ਆ, ਉਹਨਾਂ ਕਾਨੂੰਨਾਂ ਨੂੰ ਰਿਮੂਵ ਕਰਾਉਂਦੇ ਆ। ਕਿਸਾਨ ਦਾ ਪਿਆਜ਼ ਜਿਹੜਾ ਆ ਉਹ 6-7 ਰੁਪਏ ਵਿਕਦਾ ਤੇ ਮੁੜ ਕੇ ਮਾਰਕੀਟ ਦੇ ਵਿੱਚ ਲੋਕਾਂ ਨੂੰ ਜਿਹੜਾ 100 ਰੁਪਏ ਕਿਲੋ ਮਿਲਦਾ। ਉਹ ਵਿਚਲਾ ਜਿਹੜਾ ਪੈਸੇ ਹੈਗੇ ਆ ਉਹ ਕੌਣ ਖਾਂਦਾ? ਲੋਕਾਂ ਦੀ ਬਿਹਤਰੀ ਚਾਹੁੰਦੀ ਆ, ਜੇ ਉਹ ਕਿਸਾਨਾਂ ਦੀ ਬਿਹਤਰੀ ਚਾਹੁੰਦੀ ਆ, ਜੇ ਉਹ ਮਜ਼ਦੂਰ ਦੀ ਬਿਹਤਰੀ ਚਾਹੁੰਦੀ ਆ, ਦਿਹਾੜੀਦਾਰ ਕਾਮੇ ਦੇ ਬਿਹਤਰੀ ਚਾਹੁੰਦੀ ਆ ਤਾਂ WTO ਦੇ ਵਿੱਚੋਂ ਬਾਹਰ ਵੀ ਆ ਜਾ ਸਕਦਾ। ਪਾਰਲੀਮੈਂਟ ਦੇ ਵਿੱਚ ਇਹਨੂੰ ਲੈ ਆਓ ਵੀ ਅਸੀਂ ਜਿਹੜਾ ਸਾਡੇ ਮੁਲਕ ਦੇ ਨੂੰ ਇਹ ਨੀਤੀਆਂ ਜਿਹੜੀਆਂ WTO ਦੀਆਂ ਉਹ ਸੂਟ ਨਹੀਂ ਕਰਦੀਆਂ ਤੇ ਅਸੀਂ ਇਹ 'ਚੋਂ ਬਾਹਰ ਆਉਣਾ ਚਾਹੁੰਦੇ ਹਾਂ। ਤੇ ਇਹ ਤਾਂ ਦੇਸ਼ ਦਾ ਫੈਸਲਾ ਹੋਣਾ ਚਾਹੀਦਾ। ਤਾਂ ਘਾਟੇ ਵਾਲਾ ਚੀਜ਼ ਤਾਂ ਤੁਸੀਂ ਵੇਚਦੇ ਹੋ ਤਾਂ ਗੱਲ ਤੁਹਾਡੇ ਗਲੇ 'ਚੋਂ ਉਤਰਦੀ ਆ ਵੀ ਘਾਟਾ ਪੈਂਦਾ ਤੇ ਅਸੀਂ ਇਹਨੂੰ ਛੱਡਦਾ। ਤੁਸੀਂ ਮੁਨਾਫੇ ਵਾਲੀਆਂ ਚੀਜ਼ਾਂ ਵੇਚੀ ਜਾ ਰਹੇ ਹੋ। ਜਿਹੜਾ ਜਾਣੀ ਕਿ ਸੋਚ ਆ ਜਾਂ ਉਹਨਾਂ ਨੂੰ ਸਿਰਫ ਇੱਥੇ ਤੱਕ ਹੀ ਲਿਆਂਦਾ ਵੀ ਤੁਸੀਂ ਸਿਰਫ ਵੋਟ ਪਾ ਦੇਣੀ ਆ ਤੇ ਮੁੜ ਕੇ 5 ਸਾਲ ਨਹੀਂ ਫਿਰ ਤੁਸੀਂ ਸਾਨੂੰ ਪੁੱਛਣਾ ਵੀ ਅਸੀਂ ਕੀ ਕਰਦੇ ਹਾਂ। ਇਹਦੇ ਵਿੱਚੋਂ ਲੋਕਾਂ ਨੂੰ ਨਿਕਲਣਾ ਪੈਣਾ। ਜੇ ਸਰਕਾਰ ਅਸੀਂ ਬਣਾਉਂਦੇ ਆ ਤੇ ਉਹਨੂੰ ਜਵਾਬਦੇਹ ਵੀ ਬਣਾਉਣਾ ਪੈਣਾ। ਲੋਕਤੰਤਰ ਇਹ ਸ਼ਬਦ ਸੁਣਨ ਨੂੰ ਵੀ ਚੰਗਾ ਲੱਗਦਾ ਹੈ ਤੇ ਜਦੋਂ ਲੋਕਤੰਤਰ ਦੇ ਵਿੱਚ ਇਹ ਕਿਹਾ ਜਾਂਦਾ ਕਿ ਲੋਕਾਂ ਦਾ ਤੰਤਰ, ਲੋਕਾਂ ਲਈ ਤੰਤਰ, ਲੋਕਾਂ ਦੁਆਰਾ ਚੁਣਿਆ ਗਿਆ ਤੰਤਰ, ਤੇ ਹੋਰ ਵੀ ਚੰਗਾ ਲੱਗਦਾ ਕਿ ਲੋਕਾਈ ਦੀ ਗੱਲ ਕੀਤੀ ਜਾ ਰਹੀ ਹੈ, ਮਨੁੱਖਤਾ ਦੀ ਗੱਲ ਕੀਤੀ ਜਾ ਰਹੀ ਹੈ, ਮਨੁੱਖੀ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ। ਤੇ ਲੋਕਤੰਤਰ ਦੇ ਵਿੱਚ ਜਿਹੜੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਲੋਕ ਪੱਖੀ ਨੀਤੀਆਂ ਬਣਾਈਆਂ ਜਾਣ। ਇਹਨਾਂ ਨੀਤੀਆਂ ਦੇ ਵਿੱਚ ਅੱਜ ਕੱਲ੍ਹ ਚਰਚਾ ਚੱਲਦੀ ਪਈ ਹੈ ਕਿ ਸਰਕਾਰ ਨੂੰ ਕੋਆਪਰੇਟਿਵ ਸਿਸਟਮ ਦੇ ਨਾਲ ਜਿਹੜਾ ਉਹ ਸਹਿਕਾਰੀ ਸਿਸਟਮ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ। ਪਰ ਇਸ ਵੇਲੇ ਭਾਰਤ ਦੇ ਵਿੱਚ ਇਹ ਚਰਚਾ ਜ਼ਿਆਦਾ ਹੈ ਕਿ ਕੋਆਪਰੇਟਿਵ ਨਹੀਂ ਚੱਲ ਰਿਹਾ, ਸਹਿਕਾਰੀ ਨਹੀਂ ਚੱਲ ਰਿਹਾ, ਬਲਕਿ ਕਾਰਪੋਰੇਟ ਸੈਕਟਰ ਦੇ ਨਾਲ ਜ਼ਿਆਦਾ ਚੱਲਦੇ ਆ, ਜਾਣੀ ਕਿ ਵਪਾਰੀਕਰਨ ਜ਼ਿਆਦਾ ਕੀਤਾ ਜਾ ਰਿਹਾ ਹੈ। ਕੀ ਹੈ ਇਹ ਕਾਰਪੋਰੇਟ ਸੈਕਟਰ? ਕਿਸ ਤਰੀਕੇ ਨਾਲ ਸਰਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਕਿਸ ਤਰੀਕੇ ਨਾਲ ਸਰਕਾਰਾਂ ਇਹਨਾਂ ਕਾਰਪੋਰੇਟ ਅਦਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਨੇ? ਕਿੱਥੇ ਨਫ਼ੇ ਦੇਖੇ ਜਾਂਦੇ ਨੇ, ਕਿੱਥੇ ਨੁਕਸਾਨ ਦੇਖੇ ਜਾਂਦੇ ਨੇ ਤੇ ਇਹਦਾ ਅਸਰ ਆਮ ਲੋਕਾਂ ਤੇ ਕਿਵੇਂ ਪੈਂਦਾ ਆ? ਇਸ ਬਾਬਤ ਚਰਚਾ ਕਰਾਂਗੇ ਔਰ ਚਰਚਾ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਹੋਰੀ ਮੌਜੂਦ ਨੇ। ਨੌਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ। ਨੌਲੀ ਸਾਹਿਬ, ਚਰਚਾ ਸਿਖਰ ਤੇ ਆ। ਇੱਕ ਮੇਰਾ ਖਿਆਲ ਹੈ ਕਿ ਕਿਸਾਨ ਅੰਦੋਲਨ ਦਾ ਕਰਕੇ ਕੁਝ ਜ਼ਿਆਦਾ ਖੁੱਲ੍ਹ ਕੇ ਬਾਹਰ ਆਈ ਹੈ ਕਿ ਸਰਕਾਰ ਦਾ ਕੰਮ ਹੁੰਦਾ ਲੋਕਾਂ ਲਈ ਕੰਮ ਕਰਨਾ, ਪਰ ਇਹ ਅੰਦੋਲਨ ਔਰ ਇਸ ਅੰਦੋਲਨ ਦੇ ਵਿੱਚੋਂ ਜਿਹੜੇ ਸੁਨੇਹੇ ਨਿਕਲ ਕੇ ਆ ਰਹੇ ਆ ਉਹ ਕੁਝ ਇੱਦਾਂ ਦੀ ਭਾ ਦਿੰਦੇ ਪਏ ਆ ਕਿ ਸਰਕਾਰ ਜਿਹੜੀ ਹੈ ਇਸ ਵੇਲੇ ਲੋਕਾਂ ਦੇ ਲਈ ਨਹੀਂ, ਕਾਰਪੋਰੇਟ ਘਰਾਣਿਆਂ ਲਈ ਕੰਮ ਕਰਦੀ ਹੈ। ਇਹ ਜਦੋਂ ਅਸੀਂ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੇ ਹਾਂ ਤੇ ਸਰਕਾਰ ਦੀ ਗੱਲ ਕਰਦੇ, ਪਹਿਲਾਂ ਤਾਂ ਇਹ ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੀਦਾ ਅਸਲ 'ਚ ਦੋਨੋਂ ਵੱਖਰੇ ਕਿਵੇਂ ਆ ਤੇ ਮਨੋਰਥ ਕੀ ਹੈ ਇਹਨਾਂ ਦੇ। ਜਸਵੀਰ ਜੀ, ਸਭ ਤੋਂ ਵੱਡੀ ਗੱਲ ਤਾਂ ਪਹਿਲੀ ਗੱਲ, ਜਦੋਂ ਆਪਾਂ ਕੋਈ ਵੀ ਸਰਕਾਰਾਂ ਜਦੋਂ ਚੁਣਦੇ ਆ ਆਪਣੇ ਦੇਸ਼ ਵਿੱਚ ਤਾਂ ਜਾਣੀ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਜੇ ਕਿਹਾ ਜਾਂਦਾ ਤਾਂ ਉਹ ਹਿੰਦੁਸਤਾਨ ਹੀ ਹੈਗਾ। ਵੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਿੱਥੇ ਲੋਕ ਜਿਹੜੇ ਆ ਖੁੱਲ੍ਹ ਕੇ ਜਾਣੀ ਕਿ ਆਪਣੀ ਵੋਟ ਪਾਉਂਦੇ ਆ, ਆਪਣੀ ਪਸੰਦ ਦਾ ਜਿਹੜਾ ਉਹ ਲੀਡਰ ਚੁਣਦੇ ਆ, ਆਪਣੀ ਮਨਪਸੰਦ ਦੀ ਸਰਕਾਰ ਚੁਣਦੇ ਆ। ਤੇ ਉਹ ਸਰਕਾਰਾਂ ਜਿਹੜੀਆਂ ਉਹਨਾਂ ਦਾ ਕੰਮ ਹੁੰਦਾ ਸੰਵਿਧਾਨਕ ਤੌਰ 'ਤੇ ਕਿ ਅਸੀਂ ਸਟੇਟ ਦੀ ਵੈਲਫੇਅਰ ਤੇ ਲੋਕਾਂ ਦੀ ਵੈਲਫੇਅਰ ਲਈ ਕੰਮ ਕਰਨਾ, ਉੱਦਾਂ ਦੀਆਂ ਉਹਨਾਂ ਨੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ। ਪਰ ਇਹ ਹੁਣ ਪਿਛਲੇ ਸਮੇਂ ਤੋਂ ਕਹਿ ਲਓ ਵੀ 3 ਦਹਾਕਿਆਂ ਤੋਂ ਤਾਂ ਬਿਲਕੁਲ ਹੀ ਬੜੀ ਤੇਜ਼ੀ ਨਾਲ ਜਾਣੀ ਕਿ ਉਹਦੇ 'ਤੇ ਕੰਮ ਹੋ ਰਿਹਾ ਕਿ ਹੁਣ ਆਪਾਂ ਕਹਿੰਦੇ ਵੀ ਗਲੋਬਲ ਹੋ ਗਿਆ ਸਾਰਾ ਕੁਛ, ਗਲੋਬਲ ਪਿੰਡ ਬਣ ਗਿਆ ਜਿਹੜੀ ਦੁਨੀਆ ਜਿਹੜੀ ਸਾਰਾ ਕੁਛ ਆ। ਵੀ ਜਿਹੜੇ ਵੱਡੇ ਦੁਨੀਆ ਦੇ ਸਰਮਾਏਦਾਰ ਹੈਗੇ ਆ ਉਹ ਬੈਠ ਕੇ ਉਹੀ ਸੋਚਦੇ ਆ ਵੀ ਅਸੀਂ ਆਪਣਾ ਕਾਰੋਬਾਰ ਜਿਹੜਾ ਉਹ ਸਾਰੀ ਦੁਨੀਆ ਦੇ ਵਿੱਚ ਕਰਨਾ ਕਿੱਦਾਂ, ਤੇ ਉਹ ਕਾਰੋਬਾਰ ਕਰਨ ਦੇ ਲਈ ਜਿਹੜੇ ਕਾਨੂੰਨ ਅੜਿੱਕੇ ਉਹਨਾਂ ਦੇ ਆਉਂਦੇ ਆ ਉਹਨਾਂ ਨੂੰ ਉਹਨੀ ਕਿੱਦਾਂ ਰਿਮੂਵ ਕਰਨਾ।
ਤੁਸੀਂ ਸਰਕਾਰਾਂ ਨੇ ਬਣਾਉਣੇ ਉਹ ਸਰਕਾਰਾਂ ਨੇ ਬਣਾਉਣੇ ਹੁੰਦੇ ਆ। ਲੋਕਾਂ ਦੇ ਨਾਂ ਹੇਠ ਜਿੱਦਾਂ ਆ ਜਿਹੜੇ ਹੁਣ ਕਾਨੂੰਨ ਜਿਹੜੇ ਤਾਜ਼ਾ ਬਣੇ ਆ ਖੇਤੀ ਵਾਲੇ, ਜਿਹੜੇ ਇਹ ਖੇਤੀ ਸੁਧਾਰ ਦੇ ਨਾਂ ਤੇ ਬਣੇ ਆ, ਕਿਸਾਨਾਂ ਦੇ ਭਲੇ ਲਈ ਬਣੇ ਆ। ਸਾਰੀ ਬੀਜੇਪੀ ਦਾ ਅੱਡੀਆਂ ਚੱਕ ਕੇ ਜ਼ੋਰ ਲੱਗਾ ਹੋਇਆ ਇਹ ਦੱਸਣ ਲਈ ਵੀ ਕਿਸਾਨਾਂ ਦੇ ਹਿੱਤ ਵਿੱਚ ਆ। ਪਰ ਲੱਖਾਂ ਕਿਸਾਨ, ਹੁਣ ਦੇਸ਼ ਦੇ ਕਰੋੜਾਂ ਲੋਕ ਇਹ ਗੱਲ ਸਮਝ ਗਏ ਆ ਕਿ ਇਹ ਕਾਨੂੰਨ ਸਾਡੇ ਹਿੱਤ ਲਈ ਨਹੀਂ, ਸਗੋਂ ਕਾਰਪੋਰੇਟ ਲਈ ਆ। ਤੇ ਉਹਨਾਂ ਵਿੱਚੋਂ ਵੀ ਦੋ ਨਾਂ ਉੱਭਰ ਕੇ ਵੱਡੇ ਸਾਹਮਣੇ ਆਉਂਦੇ ਆ ਕਿ ਅਵਾਨੀਆਂ ਤੇ ਅਡਾਨੀਆਂ ਲਈ। ਤੇ ਇਹਦੇ 'ਚ ਸੱਚਾਈ ਵੀ ਆ। ਜੇ ਆਪਾਂ ਥੋੜ੍ਹਾ ਜਿਹੀ ਜਿਹੜੀ ਗੱਲ ਤੁਸੀਂ ਜ਼ਿਕਰ ਕੀਤਾ ਹੈਗਾ, ਹੁਣ ਤਾਂ ਉਹ ਸ਼ਾਇਦ ਲੋਕਾਂ ਦੇ ਕਿਤੇ ਸਟੇਜਾਂ ਤੋਂ ਵੀ ਚਰਚਾ ਵਿੱਚ ਨਹੀਂ ਹਜੇ ਆ ਰਿਹਾ ਵੀ ਡੰਕਲ ਤਜਵੀਜ਼ਾਂ ਸੀਗੀਆਂ ਇੱਕ, ਉਹ ਫਿਰ ਗੈਟ ਸਮਝੌਤਾ ਜਾਣੀ ਕਿ ਉਹ ਵੀ ਸੀਗਾ। ਹੁਣ ਉਹ WTO ਦਾ ਜਿਹੜੇ ਤੇ ਸਹੀ ਪਾਈ ਆ ਭਾਰਤ ਸਰਕਾਰ ਨੇ। ਇਹ ਸਾਰਾ ਕੁਛ ਹੀ ਜਿਹੜੀਆਂ ਵੱਡੀਆਂ ਡੰਕਲ ਤਜਵੀਜ਼ਾਂ ਗੈਟ ਦਾ ਸੀਗਾ ਤੇ WTO, ਇਹ ਸਾਰਾ ਕੁਛ ਉਹੀ ਸੀਗਾ ਵੀ ਜਿੱਥੇ ਵੱਖ-ਵੱਖ ਦੇਸ਼ਾਂ ਦੇ ਮੁਖੀ ਬੈਠ ਕੇ ਉਹ ਜਿਹੜੀ ਸੰਧੀ ਸੀ ਵਿਸ਼ਵ ਵਪਾਰ ਟ੍ਰੇਡ ਸੰਗਠਨ ਦੀ ਜਿਹੜੀ ਸੀ ਉਹ ਤੇ ਸਹੀ ਪਾਈ। ਸਹੀ ਪਾਉਣ ਨੂੰ ਇੰਡੀਆ ਨੂੰ ਕਾਫੀ ਟਾਈਮ ਲੱਗ ਗਿਆ ਕਿਉਂਕਿ ਇੱਥੋਂ ਹਿੰਦੁਸਤਾਨ ਦੇ ਵਿੱਚੋਂ ਉਹਨਾਂ ਦਾ ਵਿਰੋਧ ਬੜਾ ਹੋ ਰਿਹਾ ਸੀ ਕਿਉਂਕਿ ਲੋਕ ਉਹਨੂੰ ਸਮਝਦੇ ਵੀ ਇਹ ਸਾਡੇ ਹਿੱਤ ਵਿੱਚ ਨਹੀਂ ਹੈਗੀਆਂ। ਟ੍ਰੇਡ ਜਥੇਬੰਦੀਆਂ ਹੋਰ ਵੀ ਜਿਹੜੀਆਂ ਕਰ ਰਹੀਆਂ ਸੀ, ਪਰ ਹੁਣ ਭਾਰਤ ਨੇ ਉੱਤੇ ਸਹੀ ਪਾ ਦਿੱਤੀ ਹੈਗੀ ਆ। ਤੁਸੀਂ ਦੇਖੋ ਵੀ ਇਹ ਜਿਹੜਾ ਕੰਮ ਆ ਸਰਮਾਏਦਾਰੀ ਨੂੰ ਉਭਾਰਨ ਦਾ, ਉਹ ਖੁੱਲ੍ਹੇ ਰੂਪ 'ਚ ਉਦੋਂ ਸਾਹਮਣੇ ਆਉਂਦਾ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਬਣਦੀ ਆ। ਇਹ 'ਚ ਇੱਕ ਹੋਰ ਮੈਂ ਗੱਲ ਆਪਣੇ ਦਰਸ਼ਕਾਂ ਲਈ ਮੈਂ ਦੱਸ ਦੇਵਾਂ ਵੀ ਕਿ ਕੇਂਦਰ ਵਿੱਚ ਜਿਹਦੀ ਮਰਜ਼ੀ ਸਰਕਾਰ ਹੁੰਦੀ, ਚਾਹੇ ਕਾਂਗਰਸ ਦੀ ਹੁੰਦੀ, ਚਾਹੇ BJP ਦੀ ਹੁੰਦੀ, ਤੇ ਹੋਰ ਚਾਹੇ ਕਿਸੇ ਹੋਰ ਦੀ ਵੀ ਹੁੰਦੀ, ਉਹਨਾਂ ਨੂੰ ਇਹੋ ਹੀ ਕਰਨਾ ਪੈਣਾ ਸੀ। ਜੋ ਸੁਧਾਰ ਨਰਸਿਮਹਾ ਰਾਓ ਵੇਲੇ ਵਿੱਤ ਮੰਤਰੀ ਹੁੰਦਿਆਂ ਹਾਂ ਡਾਕਟਰ ਮਨਮੋਹਨ ਸਿੰਘ ਨੇ ਸ਼ੁਰੂ ਕੀਤਾ ਸੀ, ਇਹ ਗੱਲ ਉੱਦਾਂ ਹੀ ਤੁਰੀ ਆ ਰਹੀ ਹੈ ਤੇ ਉੱਦਾਂ ਹੀ ਅੱਗੇ ਵੱਧ ਰਹੀ ਹੈ। ਇੱਕ ਚੀਜ਼ ਇੱਥੇ ਇਹ ਵੀ ਹੈ ਨਾ ਕਿ ਤੁਸੀਂ ਕਹਿੰਦੇ ਕਿ ਕੋਈ ਵੀ ਸਰਕਾਰ ਹੁੰਦੀ ਨਾ ਕੋਈ ਬਹੁਤਾ ਫਰਕ ਨਹੀਂ ਪੈਣਾ ਸੀ। ਆਪਾਂ ਤੁਰੇ ਜਾਂਦੇ ਵੀ ਗੱਲ ਕਰ ਲੈਂਦੇ ਹਾਂ ਕਿ ਕੋਈ ਬਹੁਤਾ ਫਰਕ ਨਹੀਂ ਪੈਣਾ ਸੀਗਾ। ਕਾਂਗਰਸ ਹੁੰਦੀ ਉਹਨੇ ਵੀ ਇਹ ਕੁਝ ਕਰਨਾ ਸੀਗਾ। ਫਿਰ ਇਹਦਾ ਮਤਲਬ ਇਹ ਮੰਨ ਕੇ ਚੱਲਿਆ ਜਾਵੇ ਕਿ ਜਿਹੜੇ ਅਸੀਂ ਲੋਕਤੰਤਰ ਦਾ ਡੰਕਾ ਵਜਾਉਂਦੇ ਆ ਨਾ, ਕਹਿੰਦੇ ਆ ਕਿ ਅਸੀਂ ਬਹੁਤ ਵੱਡੇ ਲੋਕਤੰਤਰ, ਫਿਰ ਲੋਕਾਂ ਦਾ ਤੰਤਰ ਤਾਂ ਹੈ ਨਹੀਂ। ਲੋਕਾਂ ਦਾ ਤਾਂ ਸਿਰਫ ਇੰਨਾ ਕੁ ਤੰਤਰ ਦੇ ਵਿੱਚ ਹਿੱਸਾ ਆ ਕਿ ਉਹਨਾਂ ਨੇ ਵੋਟ ਪਾਉਣੀਆਂ ਤੇ ਮੁੜ ਕੇ ਆਪਣੇ ਕੰਮਾਂ ਤੇ ਲੱਗ ਜਾਣਾ। ਤੰਤਰ ਦਾ ਸਾਰਾ ਇਹਦਾ ਮਤਲਬ ਫਿਰ ਉਹ ਜਿਹੜੀਆਂ ਕਾਰਪੋਰੇਟ ਘਰਾਣੇ ਵੱਡੇ ਸੈਕਟਰ ਹੈਗੇ, ਵਿਸ਼ਵ ਦੀਆਂ ਬਹੁਤੀਆਂ ਮੁਲਕਾਂ ਦੀਆਂ ਸਰਕਾਰਾਂ ਨੂੰ ਜਿਹੜਾ ਉਹੀ ਕਾਬੂ ਕਰਦੇ ਪਏ, ਆਪਣੇ ਤਰੀਕੇ ਨਾਲ ਨੀਤੀਆਂ ਬਣਵਾਉਂਦੇ ਪਏ ਨੇ, ਆਪਣੇ ਤਰੀਕੇ ਨਾਲ ਸਾਰੇ ਕੰਮ ਕਰਦੇ ਪਏ ਆ। ਜੀ ਤੁਸੀਂ ਦੇਖੋ ਵੀ ਆਪਾਂ ਦੁਨੀਆ ਦੇ ਵਿੱਚ ਸਾਹਮਣੇ ਮੈਂ ਅਮਰੀਕਾ ਜਿਹੜਾ ਹੈਗਾ ਬਹੁਤ ਸ਼ਕਤੀਸ਼ਾਲੀ ਦੇਸ਼ ਹੈਗਾ ਤੇ ਉਹਦੇ ਤੋਂ ਹੇਠਾਂ ਹੀ ਆ ਬਾਕੀ ਸਾਰੇ, ਤੇ ਉਹਦਾ ਥਾਣੇਦਾਰ ਵੀ ਕਿਹਾ ਜਾਂਦਾ ਉਹਨੂੰ ਵੀ ਉਹ ਥਾਣੇਦਾਰ ਆ ਤੇ ਉਹਦਾ ਹੀ ਡੰਡਾ ਚੱਲਦਾ। ਪਰ ਇੰਨੇ ਪਾਵਰਫੁੱਲ ਰਾਸ਼ਟਰਪਤੀ ਹੁੰਦਿਆਂ ਹੋਇਆਂ ਵੀ ਉਹਨੂੰ ਉੱਥੇ ਦੀ ਗਨ ਲੌਬੀ ਚਲਾਉਂਦੀ ਹੈ। ਤੁਸੀਂ ਇਹ ਹਿਸਾਬ ਲਓ, ਇੱਕ ਵਾਰ ਜਦੋਂ ਬਾਰਕ ਓਬਾਮਾ ਸੀਗਾ ਉਹ ਰਾਸ਼ਟਰਪਤੀ ਉੱਥੇ ਦਾ, ਤੇ ਉੱਥੇ ਕਿਉਂਕਿ ਦੇਖਿਆ ਹੋਣਾ ਅਮਰੀਕਾ ਦੇ ਵਿੱਚ ਕਿੰਨੀਆਂ ਘਟਨਾਵਾਂ ਵਾਪਰ ਜਾਂਦੀਆਂ ਜਦੋਂ ਲੋਕ ਕਿਸੇ ਨਾ ਕਿਸੇ ਪਬਲਿਕ ਥਾਂ ਤੇ ਜਾਂ ਕਿਸੇ ਸਕੂਲ ਵਿੱਚ ਜਾਂ ਕਿਸੇ ਹੋਰ ਥਾਂ ਤੇ ਗੋਲੀਆਂ ਚਲਾ ਦਿੰਦੇ, ਅੰਨੇ ਬਾਹ ਜਾ ਕੇ ਤੇ ਲੋਕ ਦੀਆਂ ਜਾਨਾਂ ਚਲੇ ਜਾਂਦੀਆਂ। ਉਹ ਵੱਡੇ ਹਾਦਸੇ ਉੱਥੇ ਅਮਰੀਕਾ 'ਚ ਹੁੰਦੇ ਆ। ਉਦੋਂ ਇੱਕ ਪਾਲਿਸੀ ਬਣਾਉਣ ਦੀ ਇੱਛਾ ਸੀਗੀ ਬਾਰਕ ਓਬਾਮਾ ਦੀ ਜਦੋਂ ਰਾਸ਼ਟਰਪਤੀ ਹੁੰਦਿਆਂ ਹਾਂ ਕਿ ਕੋਈ ਇੱਦਾਂ ਦੀ ਨੀਤੀ ਬਣੇ ਜਿਹਦੇ ਨਾਲ ਲਾਇਸੈਂਸ ਦੀ ਜਿਹੜੀ ਪ੍ਰਣਾਲੀ ਆ ਉਹ ਕੰਟਰੋਲ 'ਚ ਹੋਵੇ। ਤੁਸੀਂ ਦੇਖੋ ਵੀ ਗਨ ਲੌਬੀ ਦਾ ਇੰਨਾ ਪ੍ਰਭਾਵ ਸੀਗਾ, ਉਹਨਾਂ ਨੇ ਉਹ ਚੀਜ਼ ਨੂੰ ਨਹੀਂ ਬਣਨ ਦਿੱਤਾ ਕਿ ਜਿੱਥੇ ਐਡਾ ਸ਼ਕਤੀਸ਼ਾਲੀ ਦੇਸ਼ ਵੀ ਉਹਨੂੰ ਚਲਾਉਣ ਲਈ ਸਰਕਾਰਾਂ ਨੂੰ ਅਲੱਦਣ ਦੇ ਲਈ ਜਾਂ ਬਣਾਉਣ ਦੇ ਵਿੱਚ ਜਿਹੜੀ ਵੱਡੀ ਭੂਮਿਕਾ ਆ ਗਈ ਆ, ਉਹ ਸਰਮਾਏਦਾਰੀ ਹੀ ਤੈਅ ਕਰਦੀ ਆ ਰਹੀ ਆ। ਉਹਦਾ ਪ੍ਰਭਾਵ ਹੀ ਸਾਰੀ ਦੁਨੀਆ ਤੇ ਪੈਂਦਾ ਤੇ ਸਾਰੀ ਦੁਨੀਆ ਦੇ ਦੇਸ਼ਾਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਤੁਸੀਂ ਸਰਮਾਏਦਾਰਾਂ ਮੁਤਾਬਕ ਨੀਤੀਆਂ ਬਣਾਓ, ਨਾ ਕਿ ਲੋਕਾਂ ਮੁਤਾਬਕ। ਹੁਣ ਤੁਸੀਂ ਦੇਖੋ ਵੀ ਇੱਥੇ 2004 'ਚ ਜਦੋਂ ਮਨਮੋਹਨ ਸਿੰਘ ਹੁਣੀ ਪ੍ਰਧਾਨ ਮੰਤਰੀ ਬਣਦੇ ਆ ਤਾਂ ਇੱਕ SEZ ਜਾਣੀ ਕਿ ਬਣਾਉਣ ਦੀ ਗੱਲ ਜਾਂਦੀ ਵੀ ਇੱਦਾਂ ਦਾ ਆਰਥਿਕ ਜ਼ੋਨ ਬਣਾਇਆ ਜਾਵੇ ਜਿਹਦੇ ਵਿੱਚ ਉਹਦੇ ਵਿੱਚ ਕੀ ਸੀਗਾ ਕਿ ਜਿਹੜਾ ਆਰਥਿਕ ਜ਼ੋਨ ਬਣਨਾ ਹੈਗਾ ਜਿੱਥੇ ਇੰਡਸਟਰੀ ਲੱਗਣੀ ਹੈਗੀ ਆ, ਉਹ 'ਚ ਪਹਿਲੀ ਗੱਲ ਸੀਗੀ ਵੀ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਐਂਟਰੀ ਨਹੀਂ ਹੋਣੀ ਚਾਹੀਦੀ ਉਹਦੇ ਉੱਤੇ। ਵੀ ਅਸੀਂ ਜੋ ਮਰਜ਼ੀ ਗੰਦ ਪਾਈਏ, ਜੋ ਮਰਜ਼ੀ ਕਰੀਏ, ਕਿਉਂਕਿ ਉਹਦਾ ਦਖਲ ਨਹੀਂ ਹੋਣਾ ਚਾਹੀਦਾ। ਦੇਖੋ ਇਹ ਲੋਕਾਂ ਦੇ ਵਿਰੁੱਧ ਵਾਲੀ ਗੱਲ ਨੂੰ
ਉਹ ਸਵੀਕਾਰ ਕਰ ਲਿਆ ਗਿਆ। ਜੀ ਹੋਰ ਵੀ ਇਦਾਂ ਦੇ ਸੀ ਵੀ ਸਾਡੇ ਤੇ ਜਾਣੀ ਕਿ ਜਿਹੜੇ ਇੰਡਸਟਰੀ ਦੇ ਇੰਸਪੈਕਟਰ ਆ ਜਾਂ ਅਫਸਰ ਆ ਜਾਂ ਇਨਕਮ ਟੈਕਸ ਵਾਲੇ ਆ, ਉਹ ਜਾਣੀ ਕਿ ਪੁੱਛ ਪੜਤਾਲ ਨਾ ਕਰਨ ਜਾਣੀ, ਖਾਸ ਕਰਕੇ ਜਿਹੜੇ ਨਾਲ ਸੰਬੰਧਿਤ ਵਿਭਾਗਾਂ ਦੇ ਹੁੰਦੇ, ਉਹਨਾਂ ਸਾਰਿਆਂ ਤੋਂ ਉਹਨਾਂ ਨੂੰ ਮੁਕਤ ਕੀਤਾ ਗਿਆ ਵੀ ਤੁਹਾਡੇ ਕੰਮ 'ਚ ਕੋਈ ਦਖਲਅੰਦਾਜ਼ੀ ਨਹੀਂ ਕਰੂੰਗਾ, ਤੁਹਾਨੂੰ ਜ਼ਮੀਨ ਵੀ ਜਿਹੜੀ ਆ ਉਹ ਮੁਫਤ ਦਿੱਤੀ ਜਾਊਗੀ। ਤੁਸੀਂ ਦੇਖੋ ਗੁਜਰਾਤ ਦੇ ਵਿੱਚ ਅਡਾਨੀ ਨੂੰ ਜਦੋਂ ਮੁੱਖ ਮੰਤਰੀ ਸੀਗੇ ਨਰਿੰਦਰ ਮੋਦੀ ਹੁਣੀ ਉੱਥੇ ਦੇ, ਤੇ 1 ਲੱਖ ਹੈਕਟੇਅਰ ਜ਼ਮੀਨ ਦਿੱਤੀ ਗਈ ਸਰਕਾਰ ਦੀ 1 ਰੁਪਏ ਲੀਜ਼ ਦੇ ਉੱਪਰ। ਤੁਸੀਂ ਦੇਖੋ ਵੀ ਇਹ ਜਦੋਂ ਉਹਦੇ ਹਿੱਤ ਪੂਰੇ ਜਾਂਦੇ ਆ, ਅਡਾਨੀਆਂ ਦੇ ਹਿੱਤ ਪੂਰੇ ਜਾਂਦੇ, ਜਿਹੜਾ 5000 ਕਿਸਾਨ ਉੱਥੇ ਬੈਠਾ ਸੀ ਗੁਜਰਾਤ ਦੇ ਕੱਛ ਇਲਾਕੇ 'ਚ, ਜਿਹਨੂੰ ਹੁਣ ਜੇ ਸੰਬੋਧਨ ਕਰਕੇ, ਹਾਂ, ਉਹ ਕਿਸਾਨਾਂ ਨੇ ਜ਼ਮੀਨ ਆਬਾਦ ਕੀਤੀ ਆਪਣੀ, ਬੜਾ ਉਹਨਾਂ ਨੇ ਉੱਥੇ ਮਿਹਨਤ ਕੀਤੀ, ਉਹਨੂੰ ਵਾਹੀਯੋਗ ਬਣਾਇਆ, ਪੈਦਾਵਾਰ ਉੱਥੇ ਕੀਤੀ, ਤੇ ਫਿਰ ਜਦੋਂ ਮੁੱਖ ਮੰਤਰੀ ਸੀ ਤੇ ਨਿਗਾਹ ਫਿਰ ਟੱਗੀ ਕਿਸਾਨਾਂ ਦੀ ਜ਼ਮੀਨ ਦੇ ਉੱਤੇ 5000 ਏਕੜ ਦੇ ਉੱਤੇ ਵੀ ਅਸੀਂ ਸਰਕਾਰ ਦੀ ਜ਼ਮੀਨ ਸਾਨੂੰ ਦਿਓ। ਉਹ ਜ਼ਮੀਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਦਿੱਤੀ ਸੀ ਕੱਛ ਇਲਾਕੇ ਦੇ ਵਿੱਚ ਉਹਨਾਂ ਨੂੰ, ਜਦੋਂ ਉਹਨੇ ਆਬਾਦ ਕੀਤੀ ਜ਼ਮੀਨ, ਉਹਨਾਂ ਦੇ ਮਾਲਕ ਬਣਾਤਾ। ਕਿਸਾਨ ਹਾਈ ਕੋਰਟ 'ਚੋਂ ਗੁਜਰਾਤ ਦੀ 'ਚੋਂ ਜਿੱਤ ਵੀ ਗਏ। ਸਰਕਾਰ ਉੱਥੇ ਦੀ ਜਦੋਂ ਨਰਿੰਦਰ ਮੋਦੀ ਸੀਗੇ ਮੁੱਖ ਮੰਤਰੀ, ਉਹਨਾਂ ਨੇ ਕਿਸਾਨਾਂ ਦੇ ਵਿਰੁੱਧ ਜਾਂਦਿਆਂ ਹੋਇਆਂ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਵੀ ਇਹ ਸਾਡੀ ਜ਼ਮੀਨ ਹੈ। ਤੁਸੀਂ ਦੇਖੋ ਵੀ ਕਿਸਾਨਾਂ ਦੇ ਹਿੱਤ ਕਿੱਦਾਂ ਹੋਏ। ਉਹ ਤਾਂ ਅਡਾਨੀਆਂ ਦੇ ਉੱਤੇ ਹਿੱਤ ਪਾਲ ਰਹੇ ਆ, ਉਹ ਅਵਾਨੀ ਦੇ ਉੱਤੇ ਹਿੱਤ ਪਾਲ ਰਹੇ। ਅਵਾਨੀ ਜਿਹੜਾ ਹੈਗਾ ਮੁਕੇਸ਼ ਅਵਾਨੀ ਜਾਂ ਜਿਹੜੇ ਇਹਦਾ ਹੋਰ ਛੋਟਾ ਭਰਾ ਵੀ ਹੈ, ਇਹ ਥੋੜ੍ਹੇ ਸਮੇਂ ਦੇ ਵਿੱਚ ਹੀ ਜਾਣੀ ਕਿ ਇਹਨਾਂ ਦਾ ਆਭਾਰ ਦੇਸ਼ ਵਿੱਚ ਹੁੰਦਾ ਆ। ਤੇ ਜਦੋਂ ਤੜ ਜਿਹੜੇ ਇਦਾਂ ਦੇ ਕਾਨੂੰਨ ਬਣਦੇ, ਇਦਾਂ ਦੀਆਂ ਪਾਲਿਸੀਆਂ ਬਣਦੀਆਂ ਜਿਹੜੇ ਇਹਨਾਂ ਦੇ ਕੰਮ ਨੂੰ ਬੂਸਟ ਕਰਦੇ ਆ, ਇਹਨਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਣ ਦਿੰਦੀ, ਜਿਹੜਾ ਕਿਸੇ ਦੀ ਹਿੰਮਤ ਨਹੀਂ ਪੈਂਦੀ। ਅੱਛਾ, ਇੱਕ ਚੀਜ਼ ਇਹ ਵੀ ਤਾਂ ਹੈ ਨਾ ਕਿ ਜਦੋਂ ਅਸੀਂ ਬਹੁਤ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਬਹੁਤ ਉੱਪਰ ਲੈ ਆਉਂਦੇ ਆ ਤੇ ਫਿਰ ਛੋਟਾ ਵਪਾਰੀ ਵੀ ਕਿਤੇ ਨਾ ਕਿਤੇ ਮਾਈਨਸ ਹੋ ਜਾਂਦਾ, ਛੋਟਾ ਕਾਰੋਬਾਰ ਕਰਨ ਵਾਲਾ ਵੀ ਵਿੱਚੋਂ ਜਿਹੜਾ ਉਹ ਕਿਨਾਰੇ ਤੇ ਕਰ ਦਿੱਤਾ ਜਾਂਦਾ। FDI ਦੀ ਚਰਚਾ ਚੱਲੀ ਸੀਗੀ ਕਿ ਇਹਦੇ ਨਾਲ ਛੋਟੇ ਵਪਾਰੀ ਖਤਮ ਹੋ ਜਾਣਗੇ, ਤੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਤੇ ਇੱਕ ਠੱਪਾ ਵੀ ਲੱਗਾ ਹੋਇਆ ਹੈ। ਇਹ ਵੀ ਪਰਸੈਪਸ਼ਨ ਚੱਲਦੀ ਹੈ ਕਿ ਇਹ ਤਾਂ ਹੈ ਹੀ ਵਪਾਰੀਆਂ ਦੀ ਪਾਰਟੀ ਹੈ, ਲੋਕਾਂ ਦੀ ਪਾਰਟੀ ਤਾਂ ਹੈ ਹੀ ਨਹੀਂ ਹੈ। ਇਹਦੇ ਬਾਰੇ ਕੀ ਕਹਿਣਾ? ਤੁਸੀਂ ਹੁਣ ਕਿਸੇ ਵਪਾਰੀ ਨੂੰ ਪੁੱਛ ਕੇ ਦੇਖ ਲਓ, ਜਿੰਨਾ ਵਪਾਰੀ ਵਰਗ ਹੁਣ ਦੁਖੀ ਇਹਨਾਂ ਤੋਂ, ਕਿਉਂ ਛੋਟੇ ਵਪਾਰੀਆਂ ਦੀ ਗੱਲ ਕਰਦਾ ਮੈਂ, ਵੱਡੇ ਤਾਂ ਜਾਣੀ ਕਿ ਵੱਡਿਆਂ, ਕਿਉਂਕਿ ਵੱਡਿਆਂ ਮੁਤਾਬਕ ਕਾਨੂੰਨ ਬਣ ਗਏ ਆ। ਹੁਣ ਆ ਜਿਹੜੇ 3 ਖੇਤੀ ਦੇ ਕਾਨੂੰਨ ਬਣੇ ਆ, ਉਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਇਹੋ ਹੀ ਇਹਨਾਂ ਨੇ ਜਿਹੜੇ ਬਣਿਆ ਵੀ ਜਿਹੜਾ ਅਨਾਜ ਹੈਗਾ ਉਹਨੂੰ ਜ਼ਰੂਰੀ ਵਸਤਾਂ ਵਿੱਚੋਂ ਕੱਢ ਦਿੱਤਾ ਗਿਆ। ਜਦੋਂ ਜ਼ਰੂਰੀ ਵਸਤਾਂ ਸੀ ਵੀ ਦੂਜੇ ਪ੍ਰਾਈਵੇਟ ਵੀ ਜੇ ਸੀਗੇ ਨਾ, ਉਹ ਉਹਨਾਂ ਦੇ ਸਮਾਂ ਸੀਮਾ ਤੈਅ ਸੀ ਵੀ ਤੁਸੀਂ ਇੰਨਾ ਚਿਰ ਹੀ ਸਟੋਰ ਕਰ ਸਕਦੇ, ਉਦੋਂ ਬਾਅਦ ਤੁਹਾਨੂੰ ਇਹ ਮਾਰਕੀਟ 'ਚ ਭੇਜਣਾ ਪੈਣਾ, ਤੇ ਉਹਦੀ ਲਿਮਟ ਵੀ ਸੀ ਵੀ ਕਿੰਨੀ ਮਾਤਰਾ ਦੇ ਵਿੱਚ ਤੁਸੀਂ ਸਟੋਰ ਕਰ ਸਕਦੇ ਆ। ਪਰ ਹੁਣ ਜਦੋਂ ਜ਼ਰੂਰੀ ਵਸਤਾਂ 'ਚ ਉਹਨੂੰ ਕੱਢ ਦਿੱਤਾ ਗਿਆ ਤੇ ਉਹਦੀ ਕੋਈ ਲਿਮਟ ਹੀ ਨਹੀਂ ਰੱਖੀ, ਤਾਂ ਫਿਰ ਵੱਡੇ ਵਪਾਰੀ ਆ ਜਿਹੜੇ, ਜਿਨ੍ਹਾਂ ਦਾ ਨਾਂ ਹੁਣ ਵੀ ਚਰਚਾ 'ਚ ਆਉਂਦਾ, ਜਿਨ੍ਹਾਂ ਦਾ ਬਣਿਆ ਵੀ ਹੋਇਆ ਮੌਕੇ ਦੇ ਵਿੱਚ ਅਡਾਨੀ ਦਾ, ਉਹ ਜਦੋਂ ਵੱਡੇ ਸਟੋਰ ਲੱਖਾਂ ਟਨ ਜਾਣੀ ਕਿ ਆਪਣਾ ਮਾਲ ਸਟੋਰ ਕਰ ਲੈਣਗੇ, ਉਹਨਾਂ ਕੋਲ ਕਪੈਸਿਟੀ ਵੀ ਹੋਣੀ ਆ, ਸਾਰਾ ਕੁਝ ਹੋਣਾ, ਫਿਰ ਦੱਸੋ ਫਿਰ ਇਹਦੇ ਵਿੱਚ ਬਨਾਵਟੀ ਜਿਹੜੀ ਹੈਗੀ ਆ ਉਹ ਸੰਕਟ ਪੈਦਾ ਕਰ ਦੇਣਾ ਵੀ ਹੁਣ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਉਹ ਅਨਾਜ ਨਹੀਂ ਹੈਗਾ, ਮਾਰਕੀਟ ਦੇ ਵਿੱਚ ਇਸ ਗੱਲ ਦੀ ਸ਼ਾਰਟੇਜ ਹੈਗੀ ਆ। ਫਿਰ ਉਹਨੂੰ ਮਨਮਰਜ਼ੀ ਦੇ ਨਾਲ ਜਿਹੜਾ ਮਾਰਕੀਟ 'ਚ ਭੇਜਿਆ ਜਾਣਾ, ਮਨਮਰਜ਼ੀ ਦੇ ਜਿਹੜੇ ਭਾਅ ਜਿਹੜੇ ਆ ਉਹ ਵਸੂਲੇ ਜਾਣੇ। ਅੱਛਾ, ਇੱਕ ਚੀਜ਼ ਹੋਰ ਵੀ ਹੈ, ਕਿਉਂਕਿ ਅਸੀਂ ਦੋਨੋਂ ਪਰਸਪਰ ਦੋਨਾਂ ਦੇ ਸਬੰਧਾਂ ਨੂੰ ਦੇਖਦੇ ਪਏ ਹਾਂ, ਕਿਵੇਂ ਕੰਮ ਕਰਦੀਆਂ ਪਈਆਂ ਨੇ ਦੋਨੋਂ ਤਰ੍ਹਾਂ, ਸਰਕਾਰ ਜਾਂ ਕਾਰਪੋਰੇਟ ਘਰਾਣੇ ਕਿਵੇਂ ਕੰਮ ਕਰਦੇ, ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਕੋਈ ਸ਼ੱਕ ਨਹੀਂ ਹੈ ਕਿ ਇਹ ਕਾਰੋਬਾਰੀਆਂ ਦਾ ਹੋਣਾ ਵੀ ਮੁਲਕ ਦੇ ਲਈ ਬਿਹਤਰ ਹੁੰਦਾ ਆ, ਕਿਉਂਕਿ ਜੇ ਕਾਰਖਾਨੇ ਲਾਉਂਦੇ ਅਸੀਂ ਕਹਿੰਦੇ ਆ, ਇਹ ਸਰਕਾਰਾਂ ਵੀ ਕਹਿੰਦੀਆਂ ਕਿ ਇਹਦੇ ਨਾਲ ਰੁਜ਼ਗਾਰ ਪੈਦਾ ਹੁੰਦਾ ਆ, ਲੋਕਾਂ ਨੂੰ ਪ੍ਰੋਡਕਸ਼ਨ ਵੱਧਦੀ ਹੈ, ਮੁਲਕ ਦੀ ਆਰਥਿਕਤਾ ਨੂੰ ਹੁੰਗਾਰਾ ਮਿਲਦਾ ਹੈ, ਇਹਦੇ ਨਾਲ ਚੀਜ਼ਾਂ ਜੇ ਅਸੀਂ ਇੱਥੇ ਬਣਾਉਂਦੇ ਹਾਂ ਤਾਂ ਸਾਨੂੰ ਸਸਤੀਆਂ ਮਿਲਦੀਆਂ, ਕਈ ਕੁਝ ਕਿਹਾ ਜਾਂਦਾ ਵਗੈਰਾ ਵਗੈਰਾ। ਪਰ ਇਸ ਸਰਕਾਰ ਦੇ ਆਉਣ ਤੋਂ ਬਾਅਦ ਇੱਕ ਨਵੀਂ ਚੀਜ਼ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਚੀਜ਼ਾਂ, ਉਹ ਕਾਨੂੰਨ ਜਿਹੜੇ ਬਾਅਦ 'ਚ ਬਣਨੇ ਆ, ਉਹਨਾਂ ਦੀਆਂ ਤਿਆਰੀਆਂ ਕਾਰਪੋਰੇਟ ਘਰਾਣਿਆਂ ਵੱਲੋਂ ਪਹਿਲਾਂ ਕਰ ਲਈਆਂ ਗਈਆਂ। ਜੇ ਅਸੀਂ ਗੱਲ ਕਰ ਲਈਏ ਕਿ ਇਹ ਖੇਤੀਬਾੜੀ ਨਾਲ ਸੰਬੰਧਿਤ ਇਹਨਾਂ ਨੇ ਕਾਨੂੰਨਾਂ ਨੇ ਆਉਣਾ ਸੀਗਾ, ਤੇ ਪੰਜਾਬ ਦੇ ਵਿੱਚ ਗੋਦਾਮ ਬਣੇ ਹੋਏ ਆ ਇਹਨਾਂ ਦੇ, ਸਾਨੂੰ ਪਹਿਲਾਂ ਨਹੀਂ ਪਤਾ ਸੀ, ਇਹ ਪ੍ਰਦਰਸ਼ਨ ਹੋਣ ਤੋਂ ਬਾਅਦ ਪਤਾ ਲੱਗਾ ਕਿ ਉਹ ਤਾਂ ਪਹਿਲਾਂ ਹੀ ਬਣਾ ਕੇ ਬੈਠੇ ਆ। ਇਸੇ ਤਰੀਕੇ ਨਾਲ ਰਾਫੇਲ ਦੀ ਗੱਲ ਕਰ ਲਈਏ,
ਸੌਦਾ ਹੋਇਆ ਸੀਗਾ, ਖਰੀਦਦਾਰੀ ਕਰਨੀ ਸੀ। ਪਤਾ ਲੱਗਾ ਕਿ ਉਹ ਖਰੀਦਦਾਰੀ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜੀ ਆ ਉਹ ਇਸ ਫੀਲਡ ਦੇ ਵਿੱਚ ਜਿਹੜੇ ਆ ਉਹ ਅੰਬਾਨੀ ਆਉਂਦੇ ਆ ਤੇ ਫਿਰ ਉਹ ਠੇਕਾ ਉਹਨਾਂ ਨੂੰ ਦੇ ਦਿੱਤਾ ਜਾਂਦਾ। ਹੇਲ ਨੂੰ ਠੇਕਾ ਨਹੀਂ ਦਿੱਤਾ ਜਾਂਦਾ, ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਜਿਹੜੀ ਉਹਨੂੰ ਠੇਕਾ ਨਹੀਂ ਦਿੱਤਾ ਜਾਂਦਾ। ਜਾਣੀ ਕਿ ਉਹ ਪਹਿਲਾਂ ਇਸ਼ਾਰੇ ਦੇ ਦਿੱਤੇ ਜਾਂਦੇ ਆ ਨਾ ਕਾਰਪੋਰੇਟ ਘਰਾਣਿਆਂ ਨੂੰ, ਜਾਂ ਕਾਰਪੋਰੇਟ ਘਰਾਣੇ ਇੰਨੇ ਸਿਆਣੇ ਆ ਕਿ ਉਹਨਾਂ ਨੂੰ ਪਤਾ ਹੁਣ ਇਦਾਂ ਦਾ ਫੈਸਲਾ ਹੋਣਾ ਸਰਕਾਰ ਵੱਲੋਂ ਤੇ ਪਹਿਲੇ ਤਿਆਰੀ ਕਰ ਲਈਏ। ਨਹੀਂ, ਇਹ ਇਦਾਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਦਾਂ ਦਾ ਫੈਸਲਾ ਆਉਣਾ। ਉਹ ਤੈਅ ਕਰਦੇ ਆ ਵੀ ਤੁਸੀਂ ਆਹ ਫੈਸਲਾ ਕਰਨੇ ਆ। ਉਹ ਮਾਲਕ ਆ, ਜਾਣੀ ਕਿ ਉਹ ਸਰਕਾਰਾਂ ਨੂੰ ਚਲਾਉਣ ਤੇ ਬਣਾਉਣ ਦੇ ਵਿੱਚ। ਤੁਸੀਂ ਹੁਣ ਦੇਖਿਆ ਹੋਣਾ ਵੀ ਸੋਸ਼ਲ ਮੀਡੀਆ 'ਤੇ ਇੱਕ ਬੜੀ ਵੱਡੀ ਇੱਕ ਵੀਡੀਓ ਵਾਇਰਲ ਚੱਲ ਰਹੀ ਆ ਵੀ ਇਦਾਂ ਦਾ, ਜਾਣੀ ਕਿ ਆ ਰਿਹਾ ਸੀਗਾ ਵੀ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਤੈਅ ਕਰਨਾ ਸੀ, ਉਦੋਂ ਇਹ ਗੱਲ ਤੈਅ ਹੋ ਰਹੀ ਸੀ ਚਰਚਾ ਦੇ ਵਿੱਚ। ਹਜੇ ਉਹ ਅਥੈਂਟਿਕ ਕਿੰਨੀ ਆ ਕਿੰਨੀ ਨਹੀਂ ਉਹਦੇ ਬਾਰੇ ਨਹੀਂ ਕਿਹਾ ਜਾਂਦਾ, ਪਰ ਉਹ ਕੁਝ ਗੱਲਾਂ ਲੋਕਾਂ ਨੂੰ ਉਹ ਲੱਗ ਰਹੀਆਂ ਵੀ ਇਹ ਗੱਲ ਹੋ ਸਕਦੀ ਹੈ। ਵੀ ਉਹਦੇ 'ਚ ਇਹ ਸੀਗਾ ਵੀ ਕਿਹੜਾ ਬੰਦਾ ਕਿੰਨੇ ਪੈਸੇ ਖਰਚਦਾ ਇਸ ਇਲੈਕਸ਼ਨ ਨੂੰ ਜਿਤਾਉਣ ਲਈ 2014 ਤੋਂ ਪਹਿਲਾਂ। ਉਹਦੇ ਵਿੱਚ ਜਦੋਂ ਸਭ ਤੋਂ ਵੱਡੀ ਬੋਲੀ ਕਹਿੰਦੇ ਨਰਿੰਦਰ ਮੋਦੀ ਨੇ ਲਾ ਦਿੱਤੀ ਤੇ ਮੁਕੇਸ਼ ਅੰਬਾਨੀ ਤੇ ਹੋਰ ਜਿਹੜੇ ਕਾਰੋਬਾਰੀ ਆ, ਇਹਨਾਂ ਨੇ ਇਹ ਸ਼ਰਤ ਰੱਖ ਦਿੱਤੀ ਵੀ ਜਦੋਂ ਤੱਕ ਤੁਸੀਂ ਨਰਿੰਦਰ ਮੋਦੀ ਨੂੰ ਉਮੀਦਵਾਰ ਪ੍ਰਧਾਨ ਮੰਤਰੀ ਦਾ ਨਹੀਂ ਬਣਾਉਂਦੇ, ਅਸੀਂ ਜਿਹੜਾ ਫੰਡਿੰਗ ਨਹੀਂ ਕਰਨੀ। ਉਹ ਕਹਿੰਦੇ ਆ, ਉਹ ਜਿੱਦਾਂ ਵੀਡੀਓ 'ਚ ਹੈਗਾ ਵੀ ਉਹ ਮਜਬੂਰੀ ਦੇ ਵਿੱਚ ਉਹਨਾਂ ਨੂੰ ਕਰਨਾ ਪਿਆ ਤੇ ਇੰਨੀ ਵੱਡੀ ਰਕਮ ਖਰਚੀ ਗਈ ਜਿਹਦੇ ਵਿੱਚ ਬੰਦਾ ਕਲਪਨਾ ਵੀ ਨਹੀਂ ਕਰ ਸਕਦਾ ਸੀ। ਜਦੋਂ ਤੁਸੀਂ ਇੰਨੀ ਵੱਡੀ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਉਹ ਨਹੀਂ ਕੀਤੀ, ਉਹ ਜਦੋਂ ਹੁਣ ਇਨਵੈਸਟਮੈਂਟ ਕੀਤੀ ਆ ਤੇ ਹੁਣ ਉਹਨਾਂ ਨੂੰ ਫਿਰ ਉਹਦਾ ਵਸੂਲੀ ਦਾ ਉਹਨਾਂ ਦਾ ਸਮਾਂ ਆ ਗਿਆ ਹੈਗਾ। ਜਾਣੀ ਕਿ ਉਹਨਾਂ ਮੁਤਾਬਕ ਹੀ ਸਰਕਾਰਾਂ ਨਹੀਂ ਨੀਤੀਆਂ ਬਣਾਉਂਦੀਆਂ, ਉਹ ਜਿੱਦਾਂ ਚਾਹੁੰਦੇ ਆ ਉੱਦਾਂ ਹੀ ਕਾਨੂੰਨ ਬਣਦੇ ਆ, ਉੱਦਾਂ ਦੀਆਂ ਪਾਲਿਸੀਆਂ ਬਣਦੀਆਂ, ਉੱਦਾਂ ਦੀ ਹੀ ਸਾਰਾ ਕੁਝ ਤੈਅ ਹੁੰਦਾ। ਤੁਸੀਂ ਦੇਖੋ ਹੁਣ ਪੰਜਾਬ ਹਿੰਦੁਸਤਾਨ ਦਾ ਪਹਿਲਾ ਉਹ ਸੂਬਾ ਹੈਗਾ ਜਿਹੜਾ ਆ ਜਿਹੜੇ ਹੁਣ ਕਾਨੂੰਨ ਬਣੇ ਨਾ ਜੀ, ਇਹਨੂੰ ਲਾਗੂ ਕਰਾਉਣ ਦੇ ਵਿੱਚ ਵੀ ਫਸਲੀ ਵਿਭਿੰਨਤਾ ਲਿਆਉਣੀ ਆ, ਇਹਦੇ ਵਿੱਚੋਂ ਝੋਨੇ ਤੇ ਕਣਕ ਚੋਂ ਜਿਹੜੇ ਕੱਢਣਾ ਹੈਗਾ, ਉਦੋਂ ਵੀ ਅੰਬਾਨੀ ਹੀ ਇਹਦੇ ਵਿੱਚ ਆਇਆ ਹੋਇਆ ਸੀ। ਕੰਟਰੈਕਟ ਜਿਹੜੀ ਫਾਰਮਿੰਗ ਜਿਹੜੀ ਕਰਨੀ ਸੀ, ਉਹਦੇ ਵਿੱਚ 2.5 ਲੱਖ ਹੈਕਟੇਅਰ ਦਾ ਕੰਟਰੈਕਟ ਹੋ ਵੀ ਗਿਆ ਸੀਗਾ। ਉਹ ਮੁੜ ਕੇ ਜਿਹੜੀ 2007 ਵਿੱਚ ਸਰਕਾਰ ਬਦਲ ਗਈ ਤੇ ਜਦੋਂ ਬਾਦਲ ਦੀ ਸਰਕਾਰ ਆਈ, ਇਹਨਾਂ ਨੇ ਜਿੱਦਾਂ ਕਿਹਾ ਹੁੰਦਾ ਵੀ ਦੂਜੀ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਲਾਗੂ ਕਰਨੀਆਂ ਹੀ ਨਹੀਂ, ਉਹ ਰੱਦ ਕਰਦਾ। ਉਹ ਨਹੀਂ, ਉਹਨਾਂ ਨੇ ਫਿਰ ਦੂਜੇ ਤਰੀਕੇ ਨਾਲ ਵੀ ਸਮਝੌਤੇ ਕਰ ਲਏ, ਜੇ ਉਧਰ ਨਹੀਂ ਕਰਨੇ ਤੇ ਇੱਧਰ ਕਰ ਲੈਣੇ, ਇਦਾਂ ਵੀ ਤਾਂ ਬਿਲਕੁਲ। ਜਾਣੀ ਕਿ ਇਹ ਪਾਲਿਸੀਆਂ ਜਿਹੜੀਆਂ ਉਦੋਂ ਦੀਆਂ ਪਹਿਲਾਂ ਦੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਨਰਸਿਮਹਾ ਰਾਓ ਸੀ ਉਦੋਂ ਦੀਆਂ ਹੀ ਚੱਲੀਆਂ ਆ ਰਹੀਆਂ। ਇਹ ਕਾਰਪੋਰੇਟਰਾਂ ਨੂੰ ਪਤਾ ਹੁੰਦਾ ਵੀ ਸਾਡਾ ਕਾਰੋਬਾਰ ਵਧਣਾ ਕਿੱਦਾਂ ਤੇ ਸਾਡੇ ਕੰਮ ਦੇ ਵਿੱਚ ਅੜਿੱਕੇ ਕਿਹੜੇ ਕਾਨੂੰਨੇ ਪਾਉਣੇ ਆ, ਉਹਨਾਂ ਕਾਨੂੰਨਾਂ ਨੂੰ ਰਿਮੂਵ ਕਰਾਉਂਦੇ ਆ। ਇਹ ਹਜੇ ਤਾਂ ਖੇਤੀ ਕਾਨੂੰਨਾਂ ਦਾ ਰੌਲਾ ਪੈਂਦਾ, ਜਿਹੜੇ ਲੇਬਰ ਕਾਨੂੰਨਾਂ ਦੀ ਤਾਂ ਹਜੇ ਗੱਲ ਹੀ ਨਹੀਂ ਹੋ ਰਹੀ। ਬਿਲਕੁਲ 8 ਤੋਂ 12 ਘੰਟੇ ਕਰ ਦਿੱਤੀ। ਹਾਂ, ਵੀ ਕਿੰਨੇ ਜਿਹੜੇ ਲੇਬਰ ਕਾਨੂੰਨ ਆ ਉਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ, ਕਿਉਂਕਿ ਜਿਹੜਾ ਲੱਗਦਾ ਸੀ ਵੀ ਕਾਰਪੋਰੇਟ ਵਾਲਿਆਂ ਨੂੰ ਘਰਾਣਿਆਂ ਨੂੰ ਵੀ ਇਹ ਕਾਨੂੰਨ ਅੜਿੱਕਾ ਪਾਉਂਦੇ ਆ, ਇਹ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਦੇ ਆ, ਉਹ ਕਾਨੂੰਨ ਮੋਦੀ ਨੇ ਬਿਲਕੁਲ ਉਹ ਖਤਮ ਕਰਤੇ ਹੋ। ਅੱਛਾ, ਇਹ ਤੁਸੀਂ ਕਿਹਾ ਕਿ ਪਹਿਲਾਂ ਫੈਸਲੇ ਕੀਤੇ ਜਾਂਦੇ ਆ ਕਿ ਅਸੀਂ ਆਹ ਕਾਰੋਬਾਰ ਕਰਨਾ ਤੇ ਇਦਾਂ ਦੀ ਨੀਤੀ ਬਣਵਾ ਲਾਂਗੇ ਸਰਕਾਰ ਦੇ ਕੋਲੋਂ। ਇਹ ਕਿੰਨਾ ਕੁ ਸੱਚ ਹੈ? ਕਿਉਂਕਿ ਚਰਚਾ ਤੇ ਇਹ ਵੀ ਚੱਲੀ ਸੀਗੀ ਕਿ ਜਦੋਂ ਅਸੀਂ ਇਸ ਤਰੀਕੇ ਨਾਲ ਨਿਵੇਸ਼ ਦੀ ਗੱਲ ਕਰਦੇ ਆ, ਜਦੋਂ ਅਸੀਂ ਕਾਰਪੋਰੇਟ ਘਰਾਣਿਆਂ ਦੇ ਅਰਥ ਵਿਵਸਥਾ ਦੇ ਸੁਧਾਰ ਦੀਆਂ ਗੱਲਾਂ ਕਰਦੇ ਆ ਤੇ ਉਹ ਵਿੱਤ ਮੰਤਰੀ ਜਦੋਂ ਬਣਾਉਂਦੇ ਨੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ, ਤੇ ਇਹਦੇ ਪਿੱਛੇ ਵੀ ਕਾਰਪੋਰੇਟ ਘਰਾਣਿਆਂ ਦਾ, ਮਲਟੀਨੈਸ਼ਨਲ ਕੰਪਨੀਆਂ ਦਾ ਹੀ ਹੱਥ ਸੀਗਾ ਕਿ ਕਿਉਂਕਿ ਉਹ ਆਕਸਫੋਰਡ ਦੇ ਪੜ੍ਹੇ ਹੋਏ ਆ ਤੇ ਉਹ ਇੰਟਰਨੈਸ਼ਨਲ ਲੈਵਲ ਤੇ ਕਿੱਦਾਂ ਕਾਰੋਬਾਰ ਕੀਤੇ ਜਾਂਦੇ ਆ, ਕਿੱਦਾਂ ਸਾਂਝਾ ਪਾਈਆਂ ਜਾਂਦੀਆਂ, ਉਹਨਾਂ ਨੂੰ ਨੌਲੇਜ ਆ ਜ਼ਿਆਦਾ, ਉਹਨਾਂ ਦੇ ਦਬਾਅ ਦੇ ਵਿੱਚ ਆਈ ਸੀ ਗੱਲ। ਬਿਲਕੁਲ ਇਹ ਗੱਲ ਬਿਲਕੁਲ 100% ਬਿਲਕੁਲ ਸਹੀ ਗੱਲ ਆ। ਇੱਥੇ ਮੈਨੂੰ ਨਾਂ ਉਹਦਾ ਭੁੱਲ ਗਿਆ, ਸਿੰਗਲਾ ਪਿੱਛੇ ਲੱਗਦਾ ਸੀ, ਜਿਹਦਾ ਵਿੱਤ ਮੰਤਰੀ ਮਨਮੋਹਨ ਸਿੰਘ ਆਪਣੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਵੇਲੇ ਬਣਿਆ ਸੀਗਾ। ਉਹਦੇ ਵਿੱਤ ਮੰਤਰੀ ਬਣਨ ਤੋਂ ਪਹਿਲਾਂ ਹੀ ਇਹ ਚਰਚਾ ਚੱਲ ਗਈ ਸੀ ਕਿ ਰਿਲਾਇੰਸ ਵਾਲੇ ਚਾਹੁੰਦੇ ਆ ਕਿ ਸਿੰਗਲਾ ਹੀ ਵਿੱਤ ਮੰਤਰੀ ਬਣੇ, ਤੇ ਅਸੀਂ ਸੋਚਦੇ ਵੀ ਉਹ ਰਿਲਾਇੰਸ ਵਾਲਿਆਂ ਨੂੰ ਕੀ ਇਹਦੇ ਨਾਲ ਤਾਲੁਕਾਤ ਹੈਗਾ ਵੀ ਉਹ ਵਿੱਤ ਮੰਤਰੀ ਬਣੇ। ਪਰ ਤੁਸੀਂ ਦੇਖੋ ਜਸਵੀਰ ਜੀ, ਥੋੜ੍ਹੇ ਸਮੇਂ ਬਾਅਦ ਜਿਹੜੀ ਉਹ ਚਰਚਾ ਚੱਲ ਰਹੀ ਸੀ ਕਿ ਇਹ ਰਿਲਾਇੰਸ ਵਾਲੇ ਚਾਹੁੰਦੇ ਆ ਕਿ ਵਿੱਤ ਮੰਤਰੀ ਬਣਨ, ਤਾਂ ਉਹ ਵਿੱਤ ਮੰਤਰੀ ਬਣਿਆ।
ਤੇ ਉੱਦਾਂ ਦੀਆਂ ਉਹੀ ਪਾਲਿਸੀਆਂ ਜਿਹੜੀਆਂ ਰਿਲਾਇੰਸ ਚਾਹੁੰਦਾ ਸੀ ਵੀ ਆਹ ਇੰਨੇ ਪਿੰਡਾਂ ਦਾ ਕਲਸਟਰ ਬਣਾਵਾਂਗੇ, ਪਿੰਡਾਂ ਇੱਕ ਇੰਨੇ ਪਿੰਡਾਂ ਦੇ ਪਿੱਛੇ ਇੱਕ ਸਿਨੇਮਾ ਘਰ ਹੋਊਗਾ, ਉੱਥੇ ਕਿਸਾਨ ਜਿਹੜੇ ਆ ਖੇਤਾਂ 'ਚ ਕੰਮ ਕਰਨ ਤੋਂ ਬਾਅਦ ਆਪਣਾ ਮਨੋਰੰਜਨ ਵੀ ਕਰਨਗੇ। ਇਹ ਸਾਰਾ ਕੁਝ ਜਿਹੜਾ ਮਾਡਲ ਹੈਗਾ ਉਹ ਰਿਲਾਇੰਸ ਦਾ ਹੀ ਸੀਗਾ। ਉਹਨੂੰ ਇੰਪਲੀਮੈਂਟ ਕਰਨ ਲਈ ਉਹਨਾਂ ਨੇ ਕਿਹਾ ਵੀ ਇਹ ਬੰਦੇ ਨੂੰ ਜਿਹੜਾ ਵਿੱਤ ਮੰਤਰੀ ਹੋਣਾ ਚਾਹੀਦਾ, ਤੇ ਥੋੜ੍ਹੇ ਸਮੇਂ ਬਾਅਦ ਉਹ ਵਿੱਤ ਮੰਤਰੀ ਬਣਿਆ ਵੀ ਸੀ। ਇੱਦਾਂ ਹੀ ਜਿਹੜਾ ਹਿੰਦੁਸਤਾਨ ਦੇ ਵਿੱਚ ਕਿਹਨੇ ਵਿੱਤ ਮੰਤਰੀ ਬਣਨਾ ਤੇ ਕਿਹਨੇ ਪ੍ਰਧਾਨ ਮੰਤਰੀ ਬਣਨਾ, ਇਹਦੇ ਬਾਰੇ ਵੀ ਚਰਚਾ ਇਹ ਹੁੰਦੀ ਭਾਵਾਂ ਕਿ ਲੋਕ ਵੋਟਾਂ ਪਾਉਂਦੇ ਨੇ, ਪਰ ਇਹਦਾ ਫੈਸਲਾ ਦੇ ਬਾਰੇ ਇਹ ਕਾਫੀ ਹੱਦ ਤੱਕ ਬੜੀ ਸਟਰੋਂਗ ਗੱਲ ਹੈਗੀ ਆ ਕਿ ਅਮਰੀਕਾ ਤੈਅ ਕਰਦਾ। ਕਿਉਂਕਿ ਤੁਸੀਂ ਦੇਖੋ ਵੀ ਜਦੋਂ ਨਰਿੰਦਰ ਮੋਦੀ ਦੇ ਉੱਤੇ ਅਮਰੀਕਾ ਨੇ ਪਾਬੰਦੀ ਲਾ ਦਿੱਤੀ ਸੀ ਵੀ ਇਹ ਸਾਡੇ ਉੱਥੇ ਆ ਨਹੀਂ ਸਕਦਾ, ਵੀਡੀਓ ਕਾਨਫਰੈਂਸਿੰਗ ਰਾਹੀਂ ਉਹਨਾਂ ਨੂੰ ਸਭਾ ਨੂੰ ਸੰਬੋਧਨ ਨਹੀਂ ਕਰਨ ਦਿੱਤਾ ਸੀ, ਵੀਜ਼ਾ ਦੇਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਬਿਲਕੁਲ। ਤੇ ਫਿਰ ਜਦੋਂ 2013 ਆਉਂਦਾ ਆ, ਉਹਨਾਂ ਨੂੰ ਪਤਾ ਵੀ ਹੁਣ ਦੇਸ਼ ਦੇ ਵਿੱਚ ਜਿਹੜਾ ਮਾਹੌਲ ਆ ਉਹ ਕਿਹੋ ਜਿਹਾ ਆਵਾ ਤੇ ਕਿਹਨੇ ਪ੍ਰਧਾਨ ਮੰਤਰੀ ਬਣਨਾ, ਤੇ ਜਿਹੜਾ ਅਮਰੀਕਾ ਦਾ ਰਾਜਦੂਤ ਸੀਗਾ ਉਹ ਉੱਥੇ ਗਾਂਧੀ ਨਗਰ ਜਾਂਦਾ ਹੈਗਾ ਗੁਜਰਾਤ ਦੇ ਵਿੱਚ, ਤੇ ਸਾਰਾ ਕੁਝ ਉਹਦੇ ਜਿਹੜੇ ਕਲੀਅਰ ਕਰ ਦਿੱਤਾ ਜਾਂਦਾ, ਉਹਨਾਂ ਨੂੰ ਤੈਅ ਕਰ ਲਿਆ ਜਾਂਦਾ ਵੀ ਇਹ ਹੁਣ ਪ੍ਰਧਾਨ ਮੰਤਰੀ ਇਹਨੇ ਬਣਨਾ ਹੈਗਾ ਤੇ ਕਿੰਨਾ ਉੱਤੇ ਖਰਚਾ ਕੀਤਾ। ਇੱਦਾਂ ਹੀ ਵਿੱਤ ਮੰਤਰੀ ਕਿਹਨੇ ਬਣਨਾ, ਜਦੋਂ ਪੀ ਚਿਦੰਬਰਮ ਵਿੱਤ ਮੰਤਰੀ ਬਣਿਆ ਸੀ ਉਦੋਂ ਵੀ ਇਹੋ ਹੀ ਰੌਲਾ ਪਿਆ ਸੀ ਵੀ ਅਮਰੀਕਾ ਚਾਹੁੰਦਾ ਕਿ ਪੀ ਚਿਦੰਬਰਮ ਨੂੰ ਜਿਹੜਾ ਮੰਤਰੀ ਬਣਾਇਆ ਜਾਵੇ। ਇਹ ਗੱਲਾਂ 'ਚ ਸੱਚ ਕਿੰਨਾ ਕੀ ਗੱਲ ਆ ਉਹ ਹਜੇ ਠੋਸ ਪ੍ਰਮਾਣ ਭਾਵੇਂ ਨਹੀਂ ਹੈਗੇ, ਪਰ ਜੇ ਲੋਕਾਂ 'ਚ ਗੱਲ ਇਹ ਹੈਗੀ ਆ ਕਿ ਜਿਹੜਾ ਸਰਮਾਏਦਾਰ ਮੁਲਕ ਆ ਅਮਰੀਕਾ ਤੇ ਹੋਰ ਵੱਡੇ ਮੁਲਕ ਆ, ਉਹ ਉਹਨਾਂ ਦੀ ਸੁਰ ਜਿਹੜੀ ਆ ਸਰਮਾਏਦਾਰੀ ਦੀ ਉਹ ਇੱਕ ਹੈਗੀ ਆ। ਉਹ ਕਿਉਂਕਿ ਭਾਰਤ ਜਿਹੜਾ ਹੈਗਾ ਇੱਥੇ ਆਬਾਦੀ ਜ਼ਿਆਦਾ ਹੋਣ ਕਰਕੇ ਇਹ ਵੱਡੀ ਮੰਡੀ ਹੈਗਾ। ਬਿਲਕੁਲ। ਚੀਨ ਜਿਹੜਾ ਹੈਗਾ ਆਬਾਦੀ ਭਾਵੇਂ ਜ਼ਿਆਦਾ, ਉਹ ਆਪਣੇ ਆਪ 'ਚ ਇਹੀ ਕਾਰਨ ਸੀ ਵੀ ਜਦੋਂ ਈਸਟ ਇੰਡੀਆ ਕੰਪਨੀ ਆਉਂਦੀ ਉਹ ਵੀ ਤਾਂ ਮੰਡੀ ਦੇ ਤੌਰ ਤੇ ਹੀ ਵਰਤਦੀ ਹੈ ਇਸ ਭਾਰਤ ਨੂੰ। ਉਹ ਕਹਿੰਦੀ ਮੰਡੀ ਹੈ ਮੇਰੇ ਲਈ, ਕੱਚਾ ਮਾਲ ਇੱਥੋਂ ਮੈਨੂੰ ਬਹੁਤ ਮਿਲਦਾ, ਸਸਤੇ ਭਾਅ ਤੇ ਮਿਲ ਜਾਂਦਾ, ਲੇਬਰ ਮੇਰੀ ਗੁਲਾਮ ਹੈਗੀ ਆ, ਉਹ ਬਹੁਤ ਸਸਤੇ ਆਉਣੇ ਪਾਉਣੇ ਦਾਮਾਂ 'ਚ ਮਿਲ ਜਾਂਦੀ ਹੈ, ਤੇ ਫਿਰ ਮੈਂ ਇੱਥੋਂ ਜੋ ਕੁਝ ਲੁੱਟ ਕੇ ਲਿਜਾ ਸਕਦੀ ਹਾਂ ਉਹ ਲਿਜਾ ਰਹੀ ਹੈ। ਤੇ ਫਿਰ ਫਰਕ ਤਾਂ ਕੋਈ ਨਾ ਰਿਹਾ ਕਿ ਉਹ ਈਸਟ ਇੰਡੀਆ ਕੰਪਨੀ ਸੀ ਉਹ ਥੋੜ੍ਹਾ ਦਾਬੇ ਨਾਲ ਕਰਦੀ ਸੀ, ਇਹਨਾਂ ਦਾ ਦਾਬਾ ਵਾਇਆ ਹੋ ਕੇ ਆਉਂਦਾ ਹੈ, ਸਰਕਾਰਾਂ ਦੇ ਜ਼ਰੀਏ ਉਹ ਸਾਰਾ ਕੁਝ ਕਰਦੇ ਨੇ। ਤੇ ਫਿਰ ਲੋਕਤੰਤਰ ਦੇ ਵਿੱਚ ਤੇ ਉਹ ਈਸਟ ਇੰਡੀਆ ਕੰਪਨੀ ਵਾਲੇ ਸਿਸਟਮ ਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਹੈ? ਉਹੀ ਗੱਲ ਵੀ ਸਰਮਾਏਦਾਰਾਂ ਦੀ ਜਿਹੜੀ ਸੋਚ ਹੁੰਦੀ ਆ ਤੇ ਜਿੱਦਾਂ ਉਹ ਚਾਹੁੰਦੇ ਹੁੰਦੇ ਆ ਕਿਸੇ ਵੀ, ਹੁਣ ਆਪਣਾ ਮੁਲਕ ਜਿਹੜਾ ਹੈਗਾ ਉਹ ਵਿਕਸਿਤ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਹੈਗਾ ਵੀ ਹੁਣ ਉਡਾਰ ਭਰ ਰਿਹਾ ਹੈਗਾ, ਲੋਕਾਂ ਦੀਆਂ ਨਜ਼ਰਾਂ ਵੀ ਹੈਗੀਆਂ। ਬਹੁਤ ਸਾਰੇ ਦੇਸ਼ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਹੈਗਾ ਵੀ ਇਹ ਮੰਡੀ ਜਿਹੜੀ ਆ ਉਹ ਵੱਡੀ ਮੰਡੀ ਹੈਗੀ, ਇੱਥੇ ਸਮਾਨ ਸਾਡਾ ਵਿਕਣਾ ਹੈਗਾ, ਤੇ ਉਹ ਇੱਥੇ ਇਹਨੂੰ ਤਰਜੀਹ ਦਿੰਦੇ ਆ। ਤੇ ਜਦੋਂ ਤਰਜੀਹ ਦਿੰਦੇ ਆ ਕਿਉਂਕਿ ਜੇ ਤੁਸੀਂ ਮਾਲ ਬਣਾਉਣਾ ਤੇ ਵੇਚਣਾ ਕਿੱਥੇ ਆ, ਹੁਣ ਚਾਈਨਾ 'ਚ ਤਾਂ ਵੇਚਣੋਂ ਰਹੇ ਕਿਉਂਕਿ ਹਾਲਾਂਕਿ ਆਬਾਦੀ ਉਹਨਾਂ ਦੀ ਜ਼ਿਆਦਾ, ਪਰ ਉਹ ਦੇਸ਼ ਨੇ ਆਪਣੇ ਆਪ ਨੂੰ ਸਮਰੱਥ ਇੰਨਾ ਬਣਾ ਲਿਆ, ਉਹ ਉਹਨਾਂ ਨੇ ਪ੍ਰੋਡਕਸ਼ਨ ਇੰਨੀ ਕਰ ਲਈ ਕਿ ਉਹ ਦੂਜੇ ਅਸੀਂ ਵੀ ਉਹਨਾਂ ਤੋਂ ਕਿੰਨਾ ਮਾਲ ਖਰੀਦਦੇ ਆ, ਸਾਰੀ ਦੁਨੀਆ ਦੇ ਵਿੱਚ ਉਹਦਾ ਆਪਣਾ ਦਬਦਬਾ ਬਣਿਆ ਹੈਗਾ। ਚੀਨ ਤੋਂ ਬਾਅਦ ਜਿਹੜੀ ਵੱਡੀ ਮੰਡੀ ਆ ਉਹ ਭਾਰਤ ਹੈਗਾ, ਤੇ ਇਸ ਮੰਡੀ ਨੂੰ ਕੋਈ ਵੀ ਸਰਮਾਏਦਾਰ ਦੇਸ਼, ਕੋਈ ਵੀ ਕਾਰਪੋਰੇਟ ਘਰਾਣਾ ਜਿਹੜਾ ਹੈਗਾ ਉਹ ਗਾਉਣਾ ਨਹੀਂ ਚਾਹੁੰਦਾ। ਤੁਸੀਂ ਹੁਣ ਦੇਖੋ ਇੱਕ ਗੱਲ ਕਿ ਕਿੰਨੇ ਵੱਡੇ ਕਾਰਪੋਰੇਟ ਜਿਹੜੇ ਆ ਉਹ ਬਾਹਰ ਦੌੜ ਗਏ ਲੁੱਟ ਕੇ ਵੱਡੇ ਹਜ਼ਾਰਾਂ ਕਰੋੜਾਂ ਦੇ ਵਿੱਚ। 15 ਲੱਖ ਕਰੋੜ ਰੁਪਈਆ ਜਿਹੜਾ ਉਹ ਪਿਛਲੇ ਸਾਲ ਜਿਹੜਾ NPA ਹੋਇਆ ਉਹਦੇ ਵਿੱਚੋਂ ਕਿੰਨੇ ਪੈਸੇ, ਜਿਹੜਾ 70,000 ਕਰੋੜ ਰੁਪਈਆ ਉਹ ਜਿਹੜਾ ਇੰਡਸਟਰੀ ਵਾਲਿਆਂ ਦਾ ਤੇ ਬਿਲਡਰਾਂ ਦਾ ਉਹ ਮਾਫ ਕਰ ਦਿੱਤਾ ਗਿਆ। ਇੰਨਾ ਜਦੋਂ ਤੁਸੀਂ ਵੱਡੀ ਅਮਾਊਂਟ ਯਾਨੀ ਕਿ ਜਿਹੜੇ ਕਾਰਪੋਰੇਟਰਾਂ ਦੀ ਮਾਫ ਕਰ ਰਹੇ ਆ, ਕਿਸਾਨਾਂ ਦਾ ਤਾਂ ਕਰਜ਼ਾ ਹੀ ਬਹੁਤ ਉਹਦੇ ਮੁਕਾਬਲੇ ਬੜਾ ਥੋੜ੍ਹਾ ਹੈਗਾ। ਅੱਛਾ, ਚੀਜ਼ ਹੋਰ ਵੀ ਹੈ। ਇੱਕ ਤਾਂ ਅਸੀਂ ਕਿੰਨੇ ਕੁ ਕਾਰਪੋਰੇਟ ਸੈਕਟਰ ਦੇ ਆਧਾਰ ਦੇ ਉੱਤੇ ਉਹਨਾਂ ਦੇ ਪ੍ਰਭਾਵ ਦੇ ਹੇਠਾਂ ਜਿਹੜਾ ਆ ਉਹ ਸਰਕਾਰਾਂ ਨੀਤੀਆਂ ਬਣਾ ਦਿੰਦੀਆਂ ਨੇ, ਉਹ ਨੀਤੀਆਂ ਉਹਨਾਂ ਨੂੰ ਮਾਫਕ ਬੈਠਦੀਆਂ ਨੇ। ਦੂਜਾ ਜੋ ਕੁਝ ਸਰਕਾਰਾਂ ਦੇ ਕੋਲ ਹੈਗਾ ਆ, ਜਦੋਂ ਅਸੀਂ ਉਹਨੂੰ ਦੇਖਦੇ ਹਾਂ ਕਿ ਉਹ ਵੀ ਔਣੇ ਪੌਣੇ ਦਾਮ ਦੇ ਵਿੱਚ ਜਿਹੜਾ ਉਹ ਸੌਂਪਿਆ ਜਾ ਰਿਹਾ। ਨਿੱਜੀਕਰਨ ਬਹੁਤੀਆਂ ਚੀਜ਼ਾਂ ਦਾ, ਰੇਲਵੇ ਦੇ ਵਿੱਚ ਉੱਥੇ ਨਿੱਜੀਕਰਨ ਹੋਣ ਦੀ ਗੱਲ ਆ ਜਾਂਦੀ ਹੈ, ਤੇਲ ਕੰਪਨੀਆਂ ਉੱਥੇ BPCL ਨੂੰ ਜਿਹੜਾ ਉਹਦੇ ਸ਼ੇਅਰ ਜਿਹੜੇ ਵੇਚਣ ਦੀ ਗੱਲ ਚੱਲ ਜਾਂਦੀ ਹੈ। 에ਅਰ ਇੰਡੀਆ ਉਹ ਨਿੱਜੀਕਰਨ ਦੇ ਵੱਲ ਇਸ ਵੇਲੇ ਸੇਲ ਤੇ ਲਾਈ ਹੋਈ ਹੈ, ਜਿੱਦਣ ਵਿਕ ਗਈ ਸਮਝ ਲਓ ਨਿੱਜੀਕਰਨ ਉਹਦਾ ਹੋ ਜਾਣਾ। LIC ਉਹਦੇ ਵਿੱਚੋਂ ਸ਼ੇਅਰ ਵੇਚਣ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ।
ਬਹੁਤ ਸਾਰੀਆਂ ਚੀਜ਼ਾਂ। ਜੇ ਅਸੀਂ BSNL ਦੀ ਗੱਲ ਕਰ ਲਈਏ ਤੇ ਉਹ ਵੀ ਚਰਚਾ ਚੱਲਦੀ ਪਈ ਹੈ ਕਿ BSNL ਜਿਹਦੇ ਖੁਦ ਦੇ ਟਾਵਰ ਲੱਗੇ ਆ ਉਹਨੂੰ 5G ਦੇਣ ਦੀ ਜਿਹੜੀ ਪਰਮਿਸ਼ਨ ਨਹੀਂ ਮਿਲ ਰਹੀ, ਪਰ ਜਿਹੜੀ ਜੀਓ ਆ ਜਾਂ ਬਾਕੀ ਜਿਹੜੀਆਂ ਨਿੱਜੀ ਕੰਪਨੀਆਂ ਉਹਨਾਂ ਦੀ ਚਰਚਾ ਚੱਲਦੀ ਪਈ ਹੈ ਤੇ ਸੇਵਾ ਉਹਨਾਂ ਨੇ ਉਹਨਾਂ ਟਾਵਰਾਂ ਤੋਂ ਹੀ ਲੈਣੀ ਆ। ਸੋ ਇੱਦਾਂ ਇਹ ਜੋ ਕੁਝ ਹੈ ਪੱਲੇ ਉਹ ਵੀ ਦਿੱਤਾ ਜਾ ਰਿਹਾ। ਵੀਰ ਜੀ ਜਿਹੜਾ BSNL ਆ ਉਹਨੂੰ ਉਹਦਾ ਗਲ ਘੁੱਟਣ ਦੇ ਲਈ ਇਹ ਅੱਜ ਦੀ ਨਹੀਂ ਤਿਆਰੀ। ਇਹ ਜਦੋਂ ਵਾਜਪਾਈ ਸਰਕਾਰ ਸੀਗੀ, ਤੁਸੀਂ ਇੱਕ ਨਾਂ ਸੁਣਿਆ ਹੋਣਾ ਪ੍ਰਮੋਦ ਕੁਮਾਰ ਮਹਾਜਨ, ਜਿਹੜਾ ਇੰਨਾ ਉਹ ਵੀ ਜਾਣੀ ਕਿ ਜਿੱਦਾਂ ਹੁਣ ਜਿਹਦੀ ਭੂਮਿਕਾ ਅਮਿਤ ਸ਼ਾਹ ਦੀ ਆ ਉਹ ਉਦੋਂ ਉਹਦੀ ਹੁੰਦੀ ਸੀ, ਉਹੀ ਸਾਰੇ ਕਿਸ ਨੂੰ ਗੇੜਾ ਦਿੰਦਾ ਸੀ। ਉਦੋਂ ਵੀ ਇੱਕ ਵੱਡਾ ਸਕੈਂਡਲ ਜਿਹੜਾ ਸੀਗਾ ਇਹਦਾ ਸਾਹਮਣੇ ਆਇਆ ਸੀਗਾ ਵਾਜਪਾਈ ਦੀ ਸਰਕਾਰ ਵੇਲੇ ਕਿ ਕਿੱਦਾਂ BSNL ਨੂੰ ਡੁੱਬਿਆ ਜਾ ਰਿਹਾ ਤੇ ਉਹਦੇ ਮੁਕਾਬਲੇ ਜਿਹੜਾ ਪ੍ਰਾਈਵੇਟ ਕੰਪਨੀਆਂ ਹੈਗੀਆਂ ਉਹਨਾਂ ਨੂੰ ਕਿੱਦਾਂ ਜਿਹੜਾ ਉਤਸ਼ਾਹਿਤ ਕੀਤਾ ਜਾ ਰਿਹਾ। ਇਦਾਂ ਹੀ ਹੋਣਿਆ ਉਹ ਕੰਮ ਉਹੀ ਆ, ਪਰ ਮੋਦੀ ਸਰਕਾਰ ਨੇ ਉਸ ਕੰਮ ਨੂੰ ਆ ਕੇ ਬੜੀ ਸਪੀਡ ਉਹਦੀ ਜਿਹੜੀ ਆ ਉਹ ਵਧਾ ਦਿੱਤੀ। ਖਾਸ ਕਰਕੇ ਉਦੋਂ ਜਦੋਂ 2019 ਦਾ ਜਿਹੜਾ ਜਦੋਂ ਉਹਨਾਂ ਦਾ ਕਾਰਜਕਾਲ ਸ਼ੁਰੂ ਹੁੰਦਾ ਉਹਦੇ ਵਿੱਚ ਤਾਂ ਜਿੱਦਾਂ ਵੀ ਉਹ ਹਨੇਰੀ ਵਾਂਗ ਜਾਣੀ ਕਿ ਉਹ ਵਿਚਰ ਰਹੇ ਸੀ ਬਈ 370 ਹਟਾਤੀ, 3 ਤਲਾਕ ਦਾ ਜਿਹੜਾ ਸੀ ਉਹ ਕਰਤਾ, NCA ਦਾ NCR ਦਾ ਸਾਰਾ ਕੁਝ ਉਹਨਾਂ ਨੇ ਇਸ ਸਮੇਂ ਦੇ 2-2.5 ਮਹੀਨਿਆਂ ਦੇ ਵਿੱਚ ਇੱਦਾਂ ਦੇ ਵੱਡੇ ਫੈਸਲੇ ਕੀਤੇ ਜਿਹਦੇ ਨਾਲ ਸਰਕਾਰਾਂ ਲੋਕ ਜਿਹੜੇ ਹੈਗੇ ਆ ਖਾਸ ਕਰਕੇ ਘੱਟ ਗਿਣਤੀਆਂ ਉਹ ਤਰਬਕ ਕੇ ਰਹਿ ਗਈਆਂ। ਜਦੋਂ ਇੰਨਾ ਕੁਝ ਵਾਪਰ ਰਿਹਾ ਸੀ, ਸਾਰਾ ਕੁਝ ਹੋ ਰਿਹਾ ਸੀ, ਕੋਈ ਬੋਲ ਨਹੀਂ ਸੀ ਰਿਹਾ ਤੇ ਉਸੇ ਚਾਲ ਦੇ ਵਿੱਚ ਜਦੋਂ ਖੇਤੀ ਕਾਨੂੰਨ ਆ ਗਏ ਤੇ ਪਹਿਲੀ ਵਾਰ ਚੈਲੰਜ ਜਿਹੜਾ ਹੈਗਾ ਉਹਨਾਂ ਨੂੰ ਮਿਲਿਆ ਹੈਗਾ ਤੇ ਉਹ ਚੈਲੰਜ ਤੋਂ ਡਰੇ ਹੋਏ ਆ ਵੀ ਜੇ ਹੁਣ ਇਹਨਾਂ ਦੀ ਗੱਲ ਮੰਨ ਲਈ ਗਈ, ਹੁਣ ਜਾਣੀ ਕਿ ਅਸੀਂ ਪੈਰ ਪਿੱਛੇ ਸਾਨੂੰ ਪੱਟਣ ਲਈ ਮਜਬੂਰ ਹੋਣਾ ਪਿਆ, ਬਿੱਲ ਵਾਪਸ ਲੈਣੇ ਪਏ, ਤਾਂ ਫਿਰ ਇਹ ਰੀਤ ਪੈ ਜਾਣੀ ਆ ਕਿ ਬਾਕੀ ਗੱਲਾਂ ਵੀ ਫਿਰ ਉੱਠਣਗੀਆਂ ਤੇ ਜਿਹੜੇ ਹੋਰ ਭਵਿੱਖ ਦੇ ਵਿੱਚ ਨਹੀਂ ਕੰਮ ਕਰਨੇ ਆ ਉਹ ਵੀ ਉਹਨਾਂ ਦੇ ਲਈ ਵੀ ਕਰਨੇ ਜਿਹੜੇ ਆ ਉਹ ਮੁਸ਼ਕਲ ਹੋ ਜਾਣੇ। ਰਾਜੇਵਾਲ ਸਾਹਿਬ ਦੀ ਗੱਲ ਤੇ ਜਿਹੜੀ ਉਹ ਮੇਰਾ ਖਿਆਲ ਫਿਰ ਉਹ ਦਰੁਸਤ ਹੋ ਜਾਂਦੀ ਹੈ। ਜਿਹੜਾ ਕਹਿੰਦੇ ਅਮਿਤ ਸ਼ਾਹ ਨੇ ਕਹਿਤਾ ਕਿ ਖਾਲੀ ਡੱਬਾ ਬਣਾ ਦਿਓ ਭਾਵੇਂ, ਪਰ ਵਾਪਸ ਨਾ ਲਾਓ, ਕਿਉਂਕਿ ਮੁਸ਼ਕਲ ਸਾਡੇ ਲਈ ਪੈਦਾ ਹੋ ਜਾਣੀ। ਮੁਸ਼ਕਲ ਕਿੱਦਾਂ ਦੀ ਪੈਦਾ ਹੋਣੀ ਆ ਕਿ ਪਹਿਲਾਂ ਕਾਨੂੰਨ ਬਣਾਏ ਉਹ ਵੀ ਵਾਪਸ ਲੈਣ ਲਈ ਗੱਲ ਹੋ ਸਕਦੀ, ਜਾਂ ਫਿਰ ਜਿਨ੍ਹਾਂ ਲਈ ਬਣਾਏ ਆ ਉਹ ਵੀ ਸਾਡੇ ਲਈ ਜਿਹੜਾ ਉਹ ਦਬਾਅ ਵਧਾ ਸਕਦੇ ਆ। ਹੁਣ ਇੰਨੀਆਂ ਗੱਲਾਂ ਹੋ ਗਈਆਂ ਕਿ ਆਹ ਸਾਰਾ ਕੁਝ ਜਿਹੜਾ ਕਾਰਪੋਰੇਟ ਸੈਕਟਰ ਕਰਦਾ ਪਿਆ, ਸਰਕਾਰ ਨੂੰ ਵੀ ਇੱਕ ਤਰੀਕੇ ਨਾਲ ਕਹਿ ਸਕਦੇ ਕਿ ਸਿੱਧੇ ਰੂਪ ਦੇ ਵਿੱਚ ਉਹੀ ਚਲਾਉਂਦਾ ਆ। ਕਈ ਵਾਰੀ ਸੋਸ਼ਲ ਮੀਡੀਆ ਤੇ ਮੈਂ ਇਦਾਂ ਦੀਆਂ ਪੋਸਟਾਂ ਵੀ ਪੜ੍ਹਦਾ ਕਿ ਫਿਰ ਅਸੀਂ ਸਰਕਾਰ ਚੁਣਦੇ ਕਿਉਂ ਆ, ਸਿੱਧਾ ਇਹ ਕਾਰਪੋਰੇਟ ਸੈਕਟਰ ਵਾਲਿਆਂ ਨੂੰ ਵੀ ਵੋਟ ਪਾ ਦਈਏ ਤੇ ਜ਼ਿਆਦਾ ਬਿਹਤਰ ਨਹੀਂ ਹੋਏਗਾ। ਅੱਛਾ, ਫਿਰ ਸਰਕਾਰ ਦੇ ਮਾਇਨੇ ਕੀ ਰਹਿ ਜਾਂਦੇ ਆ? ਨੌਲੀ ਸਾਹਿਬ, ਵੱਡਾ ਸਵਾਲ ਇਹ ਹੈ ਕਿਉਂਕਿ ਲੋਕ ਆਸਥਾ ਰੱਖਦੇ ਆ ਇੱਕ ਤਰੀਕੇ ਨਾਲ, ਅਸੀਂ ਵੋਟ ਪਾਈ ਹੈ, ਆਪਣੇ ਲਈ ਸਰਕਾਰ ਚੁਣੀ ਆ, ਇਹ ਸਾਡੇ ਲਈ ਕੰਮ ਕਰੇਗੀ, ਸਾਡੇ ਲਈ ਨੀਤੀਆਂ ਬਣਾਏਗੀ। ਦੇਖੋ, ਜਦੋਂ ਇਹ ਲੀਡਰ ਦੀ ਬਿਲ ਪਾਵਰ ਹੋਣੀ ਚਾਹੀਦੀ ਆ, ਪਾਰਟੀ ਦੀ ਬਿਲ ਪਾਵਰ ਹੋਣੀ ਚਾਹੀਦੀ ਹੈ ਕਿ ਉਹਨੇ ਆਪਣੇ ਲੋਕਾਂ ਦੇ ਲਈ ਜਿਹੜੀਆਂ ਨੀਤੀਆਂ ਬਣਾਉਣੀਆਂ ਵੈਲਫੇਅਰ ਦੀਆਂ ਉਹ ਕਿੱਦਾਂ ਦੀਆਂ ਬਣਾਉਣੀਆਂ ਤੇ ਉਹਨਾਂ ਨੂੰ ਲਾਗੂ ਕਿੱਦਾਂ ਕਰਨਾ। ਇਹ ਤੁਹਾਡੀ ਵਿਲ ਪਾਵਰ ਦੇ ਉੱਤੇ, ਤੁਹਾਡੀ ਇੱਛਾ ਸ਼ਕਤੀ ਦੇ ਉੱਤੇ ਨਿਰਭਰ ਕਰਦਾ। ਜੇ ਤੁਸੀਂ ਸਰਮਾਏਦਾਰੀ ਦੇ ਅੱਗੇ ਗੋਡੇ ਟੇਕ ਦਿੱਤੇ ਹੋਏ, ਜੇ ਉਹਨਾਂ ਦੇ ਦਬਾਅ ਹੇਠ ਹੀ ਨੀਤੀਆਂ ਬਣਾਉਣੀਆਂ ਤੇ ਫਿਰ ਤੁਸੀਂ ਲੋਕਾਂ ਦਾ ਭਲਾ ਨਹੀਂ ਕਰ ਸਕਦੇ। ਹੁਣ ਤੁਸੀਂ ਦੇਖੋ ਵੀ ਜਿਹੜੀ ਛੱਲੀ ਹੈ ਕਿਸਾਨ ਦੀ ਤਾਂ ਉਹ ਰੁਪਈਏ ਨੂੰ ਵਿਕਦੀ ਹੈ, ਰੁਪਈਏ ਤੋਂ ਨੂੰ ਵੀ ਨਹੀਂ ਵਿਕਦੀ, ਤੇ ਜਦੋਂ ਪੈਕਟ ਦੇ ਵਿੱਚ ਆ ਜਾਂਦੀ ਹੈ ਤੇ ਫਿਰ 80 ਰੁਪਈਏ ਦੀ ਹੋ ਜਾਂਦੀ ਹੈ। ਕਿਸਾਨ ਦਾ ਪਿਆਜ਼ ਜਿਹੜਾ ਆ ਉਹ 6-7 ਰੁਪਈਏ ਵਿਕਦਾ ਤੇ ਮੁੜ ਕੇ ਮਾਰਕੀਟ ਦੇ ਵਿੱਚ ਲੋਕਾਂ ਨੂੰ ਜਿਹੜਾ 100 ਰੁਪਈਏ ਕਿਲੋ ਮਿਲਦਾ। ਉਹ ਵਿਚਲਾ ਜਿਹੜਾ ਪੈਸੇ ਹੈਗੇ ਆ ਉਹ ਕੌਣ ਖਾਂਦਾ ਫਿਰ? ਕਿਉਂਕਿ ਵੱਡਾ ਵਪਾਰੀ ਜਿਹੜਾ ਉਹੀ ਸਟੋਰ ਕਰ ਸਕਦਾ, ਉਹੀ ਜਾਣੀ ਕਿ ਜਿਹੜਾ ਉਹ ਸੰਕਟ ਪੈਦਾ ਕਰੂੰਗਾ, ਉਹਦਾ ਲਾਭ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਨਹੀਂ ਹੁੰਦਾ। ਜੇ ਇਹ ਹੁਣ ਕਹਿੰਦੇ ਵੀ ਆ ਨਾ ਫਿਰ ਫਸਲੀ ਵਿਭਿੰਨਤਾ ਦੇ ਵਿੱਚ ਆਪਾਂ ਤੁਹਾਨੂੰ ਲਿਆਈਏ, ਤੁਸੀਂ ਦਾਲਾਂ ਕਰੋ, 23 ਚੀਜ਼ਾਂ ਦੇ ਉੱਤੇ MSP ਸਰਕਾਰ ਦਿੰਦੀ ਆ, ਅਨਾਉਂਸ ਕਰਦੀ ਹਰ ਸਾਲ, ਹਰ ਵਾਰ, ਹਰ ਸੀਜ਼ਨ 'ਤੇ। ਪਰ ਤੁਸੀਂ ਦੱਸੋ ਵੀ ਕਣਕ ਤੇ ਝੋਨੇ ਤੋਂ ਬਿਨਾਂ ਹੋਰ ਕਿਹਨੂੰ ਮਿਲਦਾ? ਤੇ ਉਹ ਵੀ ਸਿਰਫ 6% ਨੂੰ ਮਿਲਦਾ। ਇਹ ਸ਼ਾਂਤਾ ਕੁਮਾਰ ਕਮੇਟੀ ਨੇ ਕਿਹਾ ਵੀ MSP ਦਾ ਲਾਭ ਜਿਹੜਾ ਉਹ 6% ਕਿਸਾਨਾਂ ਨੂੰ ਮਿਲਦਾ, 94% ਕਿਸਾਨਾਂ ਨੂੰ ਤਾਂ ਉਹਨਾਂ ਦੇ ਜਿਣਸ ਦਾ ਸਹੀ ਭਾਅ ਹੀ ਨਹੀਂ ਮਿਲਦਾ। ਪਰ ਇਹ ਗੱਲ ਸਬੂਤ ਵੀ ਆ, ਸਾਡੇ ਗਵਾਂਢ ਜੇ ਗੱਲ ਕਰ ਲਈਏ ਬਿਹਾਰ ਦੀ, ਤੇ ਉੱਥੋਂ ਦੇ ਕਿਸਾਨ ਜਿਹੜੇ ਆ ਉਹ ਇੱਥੇ ਆਣ ਕੇ ਮਜ਼ਦੂਰੀ ਕਰਦੇ ਔਰ ਦੱਸਦੇ ਆ ਕਿ ਕੀ ਸਥਿਤੀਆਂ ਨੇ ਉੱਥੋਂ ਦੀਆਂ, ਤੇ ਆਹ ਹੀ ਕੁਝ ਮੰਡੀ ਹੈ ਨਹੀਂ, ਉੱਥੇ ਖੁੱਲੀ ਮੰਡੀ ਦਾ ਸਿਸਟਮ ਆ ਤੇ ਉੱਥੇ ਕੀ ਹਾਲਾਤ ਬਣਦੇ ਆ। ਤੁਸੀਂ ਇੱਕ ਜ਼ਿਕਰ ਛੇੜਿਆ ਕਿ ਇੱਛਾ ਸ਼ਕਤੀ ਹੋਣੀ ਚਾਹੀਦੀ ਆ। ਹੁਣ ਇੱਛਾ ਸ਼ਕਤੀ ਕੀ ਕੰਮ ਕਰੇਗੀ? ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ WTO ਦੇ ਵਿੱਚ ਸਮਝੌਤੇ ਹੁੰਦੇ ਆ,
ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਸਮਝੌਤੇ ਹੁੰਦੇ ਤੇ ਜੇ ਤੁਸੀਂ ਉੱਥੇ ਸਮਝੌਤੇ ਤੇ ਦਸਤਖਤ ਕਰੇ ਆਉਂਦੇ ਹੋ ਤੇ ਫਿਰ ਤੁਹਾਨੂੰ ਹਰ ਹੀਲੇ ਉਹ ਨੀਤੀਆਂ ਉਹ ਨਿਯਮ ਆਪਣੇ ਮੁਲਕ ਦੇ ਵਿੱਚ ਲਾਗੂ ਕਰਨੇ ਪੈਂਦੇ, ਉੱਦਾਂ ਦੇ ਕਾਨੂੰਨ ਬਣਾਉਣੇ ਪੈਂਦੇ ਤੇ ਫਿਰ ਉੱਥੇ ਜਿਹੜੀ ਇੱਛਾ ਸ਼ਕਤੀ ਹੈ ਤੁਹਾਡੀ ਉਹ ਕਿੱਦਾਂ ਬੋਲੇਗੀ ਉਹਨਾਂ ਦੇ ਖਿਲਾਫ ਜਦ ਤੁਸੀਂ ਉੱਥੇ ਸਹੀ ਪਾ ਕੇ ਆਏ ਹੋ। ਦੇਖੋ ਇਹ ਫਿਰ ਉਹੀ ਗੱਲ ਆ ਜਾਂਦੀ ਵੀ ਤੁਹਾਡੇ 'ਚ ਹੁਣ ਜੇ ਇਸ ਵੇਲੇ ਪਾਰਲੀਮੈਂਟ ਦੇ ਵਿੱਚ ਬੀਜੇਪੀ ਬਹੁਤ ਸਟਰੋਂਗ ਹੈਗੀ ਆ, ਜੇ ਉਹ ਲੋਕਾਂ ਦੀ ਬਿਹਤਰੀ ਚਾਹੁੰਦੀ ਆ, ਜੇ ਉਹ ਕਿਸਾਨਾਂ ਦੀ ਬਿਹਤਰੀ ਚਾਹੁੰਦੀ ਆ, ਜੇ ਉਹ ਮਜ਼ਦੂਰ ਦੀ ਬਿਹਤਰੀ ਚਾਹੁੰਦੀ ਆ, ਦਿਹਾੜੀਦਾਰ ਕਾਮੇ ਦੇ ਬਿਹਤਰੀ ਚਾਹੁੰਦੀ ਆ ਤਾਂ WTO ਦੇ ਵਿੱਚੋਂ ਬਾਹਰ ਵੀ ਆਇਆ ਜਾ ਸਕਦਾ। ਬਹੁਤ ਸਾਰੇ ਮੁਲਕ ਉਹਦੇ ਵਿੱਚੋਂ ਨਿਕਲੇ ਆ। ਤੁਸੀਂ ਪਾਰਲੀਮੈਂਟ ਦੇ ਵਿੱਚ ਇਹਨੂੰ ਲੈ ਆਓ ਵੀ ਅਸੀਂ ਜਿਹੜਾ ਸਾਡੇ ਮੁਲਕ ਦੇ ਨੂੰ ਇਹ ਨੀਤੀਆਂ ਜਿਹੜੀਆਂ WTO ਦੀਆਂ ਉਹ ਸੂਟ ਨਹੀਂ ਕਰਦੀਆਂ ਤੇ ਅਸੀਂ ਇਹ 'ਚੋਂ ਬਾਹਰ ਆਉਣਾ ਚਾਹੁੰਦੇ ਹਾਂ, ਤੇ ਇਹ ਤਾਂ ਦੇਸ਼ ਦਾ ਫੈਸਲਾ ਹੋਣਾ ਚਾਹੀਦਾ। ਤੇ ਤੁਸੀਂ ਦੇਖੋ ਵੀ ਜਿਹੜੀਆਂ ਕਾਂਗਰਸ ਦੀਆਂ ਨੀਤੀਆਂ ਸੀਗੀਆਂ ਇਹੋ ਹੀ WTO ਵਾਲੀਆਂ ਜਿਹੜੀਆਂ ਉਹਨਾਂ ਨੇ ਕੀਤਾ ਸਮਝੌਤਾ, ਉਹਦੇ ਵਿਰੋਧ ਦੇ ਵਿੱਚ ਕਾਂਗਰਸ ਦੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਲੋਕਾਂ ਨੇ ਵੋਟ ਪਾ ਕੇ BJP ਨੂੰ ਜਿਤਾਇਆ, ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਤੇ ਤੁਸੀਂ ਉਸੇ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਕਾਂਗਰਸ ਨਾਲੋਂ ਵੀ ਵੱਧ ਸਪੀਡ ਦੇ ਨਾਲ ਕਰਨੇ। ਅੱਗੇ FDI ਦਾ ਵਿਰੋਧ ਕਰਦੇ ਸੀ, ਹੁਣ 100% FDI ਇਹਨਾਂ ਨੇ ਹਰ ਖੇਤਰ ਦੇ ਵਿੱਚ ਲੈ ਆਂਦੀ। ਤੁਸੀਂ ਦੇਖੋ ਵੀ ਇੱਕ ਤਾਂ ਘਾਟੇ ਵਾਲਾ ਚੀਜ਼ ਤਾਂ ਤੁਸੀਂ ਵੇਚਦੇ ਹੋ ਤਾਂ ਗੱਲ ਤੁਹਾਡੇ ਗਲੇ 'ਚੋਂ ਉਤਰਦੀ ਆ ਵੀ ਘਾਟਾ ਪੈਂਦਾ ਸੀ ਤੇ ਅਸੀਂ ਇਹਨੂੰ ਛੱਡਦਾ। ਤੁਸੀਂ ਮੁਨਾਫੇ ਵਾਲੀਆਂ ਚੀਜ਼ਾਂ ਵੇਚੀ ਜਾ ਰਹੇ ਜਾਨੀ ਕਿ LIC ਦੇ ਵਿੱਚੋਂ ਵੱਡਾ ਮੁਨਾਫਾ ਹੁੰਦਾ, BPCL ਤੋਂ ਵੱਡਾ ਮੁਨਾਫਾ ਹੋ ਰਿਹਾ ਸੀਗਾ। ਹਾਲਾਂਕਿ 에ਅਰ ਇੰਡੀਆ ਦੀ ਗੱਲ ਕਰ ਲਈਏ ਤਾਂ ਉਹ ਵਾਹਵਾ ਘਾਟੇ ਦੇ ਵਿੱਚ ਹੈ, ਉਹਨੂੰ ਵੇਚਿਆ ਜਾ ਸਕਦਾ ਸੀ ਜਾਂ ਉਹਦੀ ਸਾਂਭ ਸੰਭਾਲ ਨਹੀਂ ਤੁਸੀਂ ਉਸ ਤਰੀਕੇ ਨਾਲ ਕੀਤੀ ਤਾਂ ਕਰਕੇ ਉਹਨਾਂ ਸਥਿਤੀਆਂ ਦੇ ਵਿੱਚ ਜਿਹੜਾ ਉਹ ਪਹੁੰਚਿਆ। ਪਰ ਅਖੀਰ ਦੇ ਵਿੱਚ ਜੇ ਗੱਲ ਕਰੀਏ ਤੁਸੀਂ ਕਿਹਾ ਕਿ ਵਾਪਸ ਲੈ ਸਕਦੇ ਆ ਜਾਂ ਫਿਰ ਤੁਸੀਂ ਕਿਹਾ ਕਿ ਉਹ ਨੀਤੀਆਂ ਦੇ ਵਿਰੋਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਚੁਣਿਆ ਹੀ ਸੀ ਜਦ ਪਹਿਲਾਂ ਹੀ ਸਹੀ ਪਾਈ ਹੋਈ ਆ ਉੱਥੇ। ਜਦ ਤੁਸੀਂ ਇਹ ਗੱਲ ਕਹਿੰਦੇ ਆ ਨੌਲੀ ਸਾਹਿਬ ਕਿ ਸਰਕਾਰ ਭਾਵੇਂ ਕੋਈ ਵੀ ਆ ਜਾਵੇ ਕੰਮ ਉਹਨੇ ਉਹੀ ਕਰਨੇ ਆ ਜਿਹੜੇ ਇਹਨਾਂ ਦੇ ਪੱਖ ਦੇ ਵਿੱਚ ਆ, ਤੇ ਫਿਰ ਇੱਕ ਵਾਰੀ ਤੇ ਫਿਰ ਇਹਦਾ ਮਤਲਬ ਚੋਣ ਜਿਹੜੀ ਹੈ ਕਿਸੇ ਦੇ ਪੱਖ ਦੇ ਵਿੱਚ ਵੋਟ ਪਾਉਣੀ, ਕਿਸੇ ਦੇ ਵਿਰੋਧ ਦੇ ਵਿੱਚ ਵੋਟ ਪਾਉਣੀ ਆ, ਉਹ ਵੋਟ ਵਾਲਾ ਸਿਸਟਮ ਤਾਂ ਫਿਰ ਬੇਮਾਇਨੇ ਹੋ ਗਿਆ। ਉਹਨੂੰ ਅਸੀਂ ਕਿਹੜੀ ਗਿਣਤੀ 'ਚ ਰੱਖੀਏ? ਤੁਸੀਂ ਦੇਖੋ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੇ ਵੋਟਰ ਦਾ ਜਿਹੜਾ ਕੰਮ ਆ, ਲੋਕਾਂ ਦਾ ਜਿਹੜਾ ਜਾਣੀ ਕਿ ਸੋਚ ਆ, ਜਾਂ ਉਹਨਾਂ ਨੂੰ ਸਿਰਫ ਇੱਥੇ ਤੱਕ ਹੀ ਲੈ ਆਉਂਦਾ ਵੀ ਤੁਸੀਂ ਸਿਰਫ ਵੋਟ ਪਾ ਦੇਣੀ ਆ ਤੇ ਮੁੜ ਕੇ 5 ਸਾਲ ਨਹੀਂ ਫਿਰ ਤੁਸੀਂ ਸਾਨੂੰ ਪੁੱਛਣਾ ਵੀ ਅਸੀਂ ਕੀ ਕਰਦੇ ਹਾਂ। ਇਹ ਜਿਹੜੀ ਭੂਮਿਕਾ ਹੈਗੀ ਆ, ਇਹ ਜਿਹੜੀ ਸੋਚ ਲੋਕਾਂ ਦੇ ਵਿੱਚ ਆ ਗਈ ਆ ਜਾਂ ਇਹ ਧਾਰਨਾ ਬਣਾ ਦਿੱਤੀ ਗਈ ਆ, ਉਹ ਬੜੀ ਮਾੜੀ ਆ। ਉਹਦੇ ਵਿੱਚੋਂ ਲੋਕਾਂ ਨੂੰ ਨਿਕਲਣਾ ਪੈਣਾ। ਜੇ ਸਰਕਾਰ ਅਸੀਂ ਬਣਾਉਂਦੇ ਆ ਤੇ ਉਹਨੂੰ ਜਵਾਬਦੇਹ ਵੀ ਬਣਾਉਣਾ ਪੈਣਾ। ਬਿਲਕੁਲ। ਤੁਸੀਂ ਦੇਖੋ ਵੀ ਹੁਣ ਜਿੱਦਾਂ ਦਾ ਰੁਝਾਨ ਚੱਲ ਰਿਹਾ, ਜਿੱਦਾਂ ਦਾ ਮਾਹੌਲ ਚੱਲ ਰਿਹਾ ਵੀ ਤੁਸੀਂ ਦੇਖੋ ਜੇ ਕੋਈ ਬੰਦਾ ਘਰ ਦਾ ਮੁਖੀ ਘਰ ਦੀਆਂ ਚੀਜ਼ਾਂ ਵੇਚ ਕੇ ਆਪਣਾ ਗੁਜ਼ਾਰਾ ਕਰੇ ਤੇ ਲੋਕੀ ਨਲਾਇਕ ਹੀ ਕਹਿਣਗੇ। ਆਪਣਾ ਗੁਜ਼ਾਰਾ ਆਪਣਾ ਕਰ ਜਾਂ ਚਲਾਵੇ ਤੇ ਉਹਨੂੰ ਫਿਰ ਨਲਾਇਕ ਹੀ ਕਹਿੰਦੇ ਆ। ਤੇ ਇਹ ਹੁਣ ਨਲਾਇਕਾਂ ਦੀ ਸਰਕਾਰ ਆ ਜਿਹੜੀਆਂ ਸਾਰਾ ਕੁਝ ਜਿਹੜੀ ਕਿ ਲੋਕਾਂ ਦਾ ਸਰਮਾਇਆ। ਉਹ ਤੁਸੀਂ ਦੇਖਿਆ ਹੋਣਾ ਵੀ ਜਿਹੜੀ ਆਪਣੇ ਰੇਲ ਗੱਡੀਆਂ ਹੈਗੀਆਂ ਉਹਦੇ ਉੱਤੇ ਲਿਖੀ ਹੁੰਦੀ ਆ ਵੀ ਤੁਹਾਡੀ ਆਪਣੀ ਪ੍ਰਾਪਰਟੀ ਆ, ਇਹਨੂੰ ਤੁਸੀਂ ਸੰਭਾਲ ਕੇ ਰੱਖਣਾ ਹੈਗਾ। ਹੁਣ ਜੇ ਲੋਕਾਂ ਦੀ ਪ੍ਰਾਪਰਟੀ ਤੁਸੀਂ ਦੱਸ ਰਹੇ ਫਿਰ ਤੁਹਾਨੂੰ ਵੇਚਣ ਦਾ ਅਧਿਕਾਰ ਕਿਹਨੇ ਦਿੱਤਾ? ਵੇਚਣ ਲਈ ਤਾਂ ਲੋਕਾਂ ਨੇ ਵੋਟ ਨਹੀਂ ਪਾਈ। ਉਹ ਕਹਿੰਦੇ ਲੋਕਾਂ ਨੇ ਸਾਨੂੰ ਚੁਣਿਆ ਤੇ ਇਸ ਕਰਕੇ ਲੋਕਾਂ ਦਾ ਕਰਕੇ ਅਸੀਂ ਵੇਚ ਰਹੇ ਹਾਂ। ਹਾਂਜੀ ਬਿਲਕੁਲ। ਇਹ ਤਾਂ ਜਾਣੀ ਕਿ ਇਦੋਂ ਨਖਿੱਧ ਸਰਕਾਰ ਮੁਲਕ ਦੇ ਵਿੱਚ ਹੁਣ ਤੱਕ ਦੇ ਇਤਿਹਾਸ ਵਿੱਚ ਨਹੀਂ ਆਈ, ਜਿਹੜੀ ਹਰ ਚੀਜ਼ ਨੂੰ ਜਿਹੜੀ ਮੁਨਾਫੇ ਜਿਹਦੇ ਨਾਲ ਲੋਕਾਂ ਨੂੰ ਤੁਸੀਂ ਹੋਰ ਵੀ ਬਹੁਤ ਸਾਰੀਆਂ ਭਲਾਈ ਦੀਆਂ ਸਕੀਮਾਂ ਉਹਨਾਂ ਦੀ ਬੈਟਰਮੈਂਟ ਵਾਸਤੇ ਕਰਕੇ ਦੇ ਸਕਦੇ ਆ, ਪਰ ਇਹ ਮੁਨਾਫਾ ਜਿਹੜਾ ਕੁਛ ਚੰਦ ਲੋਕਾਂ ਦੇ ਜੇਬੀਆਂ ਦੇ ਵਿੱਚ ਹੀ ਪਾ ਰਹੇ ਆ। ਜਿਹੜੇ ਬੰਦੇ ਕਰੋੜਾਂ ਰੁਪਏ ਲੈ ਕੇ ਬੈਂਕਾਂ ਨੂੰ ਮਾਰ ਕੇ ਦੌੜ ਗਏ ਆ, ਉਹਨਾਂ ਦੇ ਤੁਸੀਂ ਜਿਹੜੇ ਆ ਕਰਜ਼ੇ ਆ ਉਹ ਮਾਫ ਕਰ ਰਹੇ ਆ। ਜਿਹੜੇ ਲੋਕਾਂ ਦਾ ਦੇਸ਼ ਦਾ ਢਿੱਡ ਭਰ ਰਿਹਾ ਉਹਨਾਂ ਦੀ ਤੁਸੀਂ ਧੌਣ ਤੇ ਗੋਡਾ ਰੱਖਿਆ ਹੋਇਆ। ਇਹ ਹੁਣ ਬਹੁਤਾ ਚਿਰ ਰਹਿਣਾ ਨਹੀਂ। ਹੁਣ ਜਿਹੜਾ ਧੌਣ ਤੇ ਗੋਡਾ ਆ ਉਹ ਕਿਸਾਨਾਂ ਨੇ ਮੋਦੀ ਸਰਕਾਰ ਤੇ ਰੱਖਦਾ ਹੈਗਾ। ਹੁਣ ਫੈਸਲਾ ਜਿਹੜਾ ਉਹ ਆਰ ਜਾਂ ਪਾਰ ਹੀ ਹੋਣਾ। ਆਰ ਜਾਂ ਪਾਰ ਹੀ ਹੋਣਾ। ਕਾਰਪੋਰੇਟ ਤੇ ਨਾਲ ਦੀ ਨਾਲ ਸਰਕਾਰ ਤੇ ਲੋਕ, ਇਹ ਤਿੰਨ ਨੁਕਤੇ ਸੀ ਜਿਨ੍ਹਾਂ ਦੇ ਉੱਤੇ ਕੋਸ਼ਿਸ਼ ਕੀਤੀ ਕਿ ਜਿੰਨਾ ਯਥਾ ਸੰਭਵ ਆ ਉਨੀ ਚਰਚਾ ਕੀਤੀ ਜਾਵੇ, ਗੱਲਬਾਤ ਕੀਤੀ ਜਾਵੇ। ਹਾਲਾਂਕਿ ਬਹੁਤ ਸਾਰੀਆਂ ਗੱਲਾਂ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਇਸ ਸਿਸਟਮ ਦੀਆਂ। ਇਹਨਾਂ ਤਿੰਨਾਂ ਚੀਜ਼ਾਂ ਦੀਆਂ ਜੜ੍ਹਾਂ ਬੇਹੱਦ ਡੂੰਘੀਆਂ ਆ। ਵਿਸਥਾਰ ਦੇ ਵਿੱਚ ਜੇ ਗੱਲ ਕਰਨੀ ਹੋਵੇ ਤਾਂ ਬੜਾ ਲੰਬਾ ਸਮਾਂ ਚਾਹੀਦਾ, ਪਰ ਕੋਸ਼ਿਸ਼ ਕੀਤੀ ਹੈ ਕਿ ਕੁਝ ਨੁਕਤੇ ਸਹਿਜ ਸੁਭਾਅ ਜਿਹੜੇ ਲੋਕਾਂ ਦੇ ਸਿੱਧੇ ਚੇਤਿਆਂ ਦੇ ਵਿੱਚ ਵੀ ਵਸ ਸਕਦੇ ਆ, ਜਿਹਦੇ ਤੋਂ ਸਮਝ ਵੀ ਆ ਸਕਦੀ ਹੈ ਕਿ ਅਸਲ ਦੇ ਵਿੱਚ ਵਾਪਰ
ਕੀ ਕੁਝ ਰਿਹਾ ਆ, ਕਿਸ ਤਰੀਕੇ ਨਾਲ ਸਰਕਾਰ ਕੰਮ ਕਰਦੀ ਹੈ, ਕਿਸ ਤਰੀਕੇ ਨਾਲ ਕਾਰਪੋਰੇਟ ਘਰਾਣੇ ਸਰਕਾਰਾਂ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਦੇ ਨੇ ਤੇ ਉਹ ਨੀਤੀਆਂ ਕਿਵੇਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ, ਇਹਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਜਾਵੇ। ਔਰ ਚਰਚਾ ਦੇ ਵਿੱਚ ਬਕਾਇਦਾ ਪਾਲ ਸਿੰਘ ਨੌਲੀ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ। ਕੋਸ਼ਿਸ਼ ਕਰਾਂਗੇ ਕਿ ਇਦਾਂ ਦੇ ਨੁਕਤੇ ਜਿਹੜੇ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕੀਤੇ ਜਾਣ ਜਿਨ੍ਹਾਂ ਦੇ ਉੱਤੇ ਚਰਚਾ ਬੇਹੱਦ ਘੱਟ ਹੁੰਦੀ ਹੈ ਤੇ ਖਾਸ ਤੌਰ ਤੇ ਇਸ ਸਮੇਂ ਜੋ ਕੁਝ ਹੋ ਵਾਪਰਿਆ ਆ ਉਹਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ। ਫਿਲਹਾਲ ਇਸੇ ਦੇ ਨਾਲ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਤੇ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਫਿਰ ਮੁਲਾਕਾਤ ਹੋਏਗੀ। ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।